ਵਾਹਿਗੁਰੂ। ਧੰਨ ਵਾਹਿਗੁਰੂ ਸਾਹਿਬ ਜੀ। ਸੋਏ ਸੁਨੰਦੜੀ ਮੇਰਾ ਤਨ ਮਨ ਮੌਲਾ, ਸੋਏ ਸੁਨੰਦੜੀ ਮੇਰਾ ਤਨ ਮਨ ਮੌਲਾ, ਨਾਮ ਜਪੰਦੜੀ ਲਾਲੀ, ਪੰਧ ਜਲੰਦੜੀ ਮੇਰਾ ਅੰਦਰ ਠੰਡਾ, ਗੁਰ ਦਰਸ਼ਨ ਦੇਖ ਨਿਹਾਲੀ, ਪਾਮ ਸੁਹਾਵੇ ਜਾਂ ਤੋ ਧਿਰ ਜੁਲਦੇ, ਸੀਸ ਸੁਹਾਵਾ ਚਰਣੀ, ਮੁਖ ਸੁਹਾਵਾ ਜਾਂ ਤੋ ਜਸ ਗਾਵੇ, ਜਿਉ ਪਿਆ ਤੋ ਸ਼ਰਣੀ। आओ गुरु के प्यारे, कोशिश करिए ਸਾਹਿਬਾਂ ਦੇ ਚਰਨਾਂ ਅੰਦਰ ਹਾਜ਼ਰ ਹੁੰਦੇ ਆ, ਆਪਣੇ ਹੱਥ, ਆਪਣੇ ਕਦਮ, ਆਪਣੀ ਜੀਵਾ, ਆਪਣੀ ਸੁਰਤ ਨੂੰ ਪਵਿੱਤਰ ਕਰ ਸਕੀਏ। ਫਿਰ ਇਸ ਮਹਾਨ ਗੁਰੂ ਕੋਲ ਬਹਿਣ ਦਾ ਕੋਈ ਲਾਭ ਹੈ। ਅਸੀਂ ਇਸ ਵਿਦਿਆਲੇ ਵਿੱਚ ਲਗਭਗ ਇੱਕ ਦਿਨ ਵਿੱਚ ਇੱਕ ਵਾਰ ਹਾਜ਼ਰ ਇਸ ਲਈ ਹੁੰਦੇ ਹਾਂ ਕਿ ਅਸੀਂ ਇੱਥੋਂ ਸਿੱਖਿਆ ਲੈ ਕੇ ਬਾਕੀ ਦੀ ਜ਼ਿੰਦਗੀ ਨੂੰ ਇਸ ਗੁਰੂ ਦੇ ਆਸ਼ੇ ਮੁਤਾਬਕ ਬਤੀਤ ਕਰ ਸਕੀਏ। ਸਿੱਖ ਦਾ ਗੁਰੂ ਕੋਲ ਹਾਜ਼ਰ ਹੋਣ ਦਾ ਮਕਸਦ ਇਹ ਹੈ। ਐਵੇਂ ਨਹੀਂ ਸਿੱਖ ਭੱਜਾ ਭੱਜਾ ਗੁਰੂ ਕੋਲ ਆਉਂਦਾ, ਉਹਦਾ ਇੱਕ ਬਹੁਤ ਵੱਡਾ ਮਕਸਦ ਹੈ। ਤੇ ਜਦੋਂ ਗੁਰੂ ਕੋਲ ਆਈਏ, ਸਮਾਗਮ ਕਿਸੇ ਵੀ ਰੂਪ ਵਿੱਚ ਹੋਵੇ, ਅਸੀਂ ਹਾਜ਼ਰ ਕਿਸੇ ਵੀ ਰੂਪ ਵਿੱਚ ਹੋਈਏ, ਮਕਸਦ ਸਾਡਾ ਸਾਰਿਆਂ ਦਾ ਇੱਕ ਇਹ ਬਣ ਜਾਣਾ ਚਾਹੀਦਾ ਕਿ ਗੁਰੂ ਸਾਹਿਬ ਜੀ ਦੇ ਉਸ ਪਾਵਨ ਫਲਸਫੇ ਤੋਂ ਜਾਣੂ ਹੋਈਏ। ਜਿੱਥੇ ਅਸੀਂ ਨੇਤਰਾਂ ਨੂੰ ਖੋਲ ਕੇ ਬੈਠਣਾ ਹੈ ਗੁਰੂ ਦੀ ਗੋਦ ਵਿੱਚ, ਉੱਥੇ ਬਹੁਤ ਜ਼ਰੂਰੀ ਹੈ ਕਿ ਅਸੀਂ ਸੁਰਤ ਦੀਆਂ ਅੱਖਾਂ ਖੋਲ ਕੇ ਬੈਠੀਏ, ਕਿਉਂਕਿ ਮਨੁੱਖ ਸੁਰਤ ਕਰਕੇ ਜਾਣਿਆ ਜਾਂਦਾ ਹੈ, ਮਨੁੱਖ ਸੁਭਾਅ ਕਰਕੇ ਜਾਣਿਆ ਜਾਂਦਾ ਹੈ। ਸਰੀਰ ਨੂੰ ਗੁਰੂ ਨਾਨਕ ਸਾਹਿਬ ਜੀ ਨੇ ਬਹੁਤੀ ਅਹਿਮੀਅਤ ਨਹੀਂ ਦਿੱਤੀ, ਸੁਰਤ ਨੂੰ ਬਹੁਤ ਅਹਿਮੀਅਤ ਦਿੱਤੀ ਹੈ। ਸਰੀਰ ਨੂੰ ਕੋਈ ਬਹੁਤੀ ਮਾਨਤਾ ਗੁਰੂ ਨਾਨਕ ਸਾਹਿਬ ਜੀ ਨੇ ਦਿੱਤੀ ਨਹੀਂ, ਸਗੋਂ ਸਰੀਰ ਨੂੰ ਬਿਨਸਨਹਾਰ ਕਿਹਾ ਤੇ ਸੁਰਤ ਨੂੰ ਸਦੀਵੀ ਰਹਿਣ ਵਾਲੀ ਕਿਹਾ। ਜਦੋਂ ਤੁਸੀਂ ਮਹਾਨ ਪੁਰਖਾਂ ਨੂੰ ਯਾਦ ਕਰਦੇ ਹੋ ਤਾਂ ਉਹਨਾਂ ਦੇ ਸਰੀਰ ਨੂੰ ਨਹੀਂ ਕਰਦੇ, ਉਹਨਾਂ ਦੀ ਸੁਰਤ ਨੂੰ ਯਾਦ ਕਰਦੇ ਹੋ। ਅੱਜ ਜਦੋਂ ਵੱਡ ਵਡੇਰਿਆਂ ਨੂੰ ਤੁਸੀਂ ਚੇਤੇ ਕਰਦੇ ਹੋ, ਮਹਾਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੂੰ, ਭਗਤ ਸਾਹਿਬਾਨਾਂ ਨੂੰ, ਗੁਰੂ ਸਾਹਿਬਾਨਾਂ ਨੂੰ, ਉਹਨਾਂ ਮਹਾਨ ਨਾਇਕ ਯੋਧਿਆਂ ਸ਼ਹੀਦਾਂ ਨੂੰ ਯਾਦ ਕਰਦੇ ਹੋ ਤੇ ਉਹਨਾਂ ਦੇ ਸਰੀਰ ਨੂੰ ਨਹੀਂ ਯਾਦ ਕਰਦੇ। ਅਸੀਂ ਨਾ ਤੁਹਾਨੂੰ ਕੋਈ ਬੁਲਾਰਾ ਇਹ ਦੱਸਦਾ ਹੀ ਹੈ ਵੀ ਉਹਨਾਂ ਦੇ ਸਰੀਰ ਦੀ ਕੋਈ ਖਾਸ ਖਾਸੀਅਤ, ਉਹਨਾਂ ਦੇ ਖਿਆਲਾਤ ਸਾਂਝੇ ਕੀਤੇ ਜਾਂਦੇ। ਤੇ ਗੁਰੂ ਦੀ ਗੋਦ ਵਿੱਚ ਬਹਿ ਕੇ ਖਿਆਲਾਤ ਹੀ ਬਦਲਦੇ ਨੇ। ਗੁਰੂ ਕੋਲ ਜਦੋਂ ਅਸੀਂ ਆਉਂਦੇ ਹਾਂ ਤੇ ਸਾਡਾ ਬਦਲਦਾ ਕੀ ਹੈ, ਚੇਂਜ ਕੀ ਹੁੰਦਾ ਹੈ? ਖਿਆਲਾਤ, ਸੁਭਾਅ ਨਾਲ ਹੀ ਬੰਦਾ ਬਦਲ ਜਾਂਦਾ। ਤੁਸੀਂ ਵੇਖਦੇ ਹੋ ਨਾ, ਕਈ ਵਾਰ ਤੁਸੀਂ ਕਿਸੇ ਨੂੰ ਮਿਲਦੇ ਹੋ, ਥੋੜੇ ਸਮੇਂ ਬਾਅਦ ਮਿਲਦੇ ਹੋ, ਕਹਿੰਦੇ ਹੋ ਪਹਿਲਾਂ ਵਾਲੀ ਗੱਲ ਨਹੀਂ ਹੈ ਇਹਦੇ 'ਚ। ਕੀ ਬਦਲਿਆ? ਸੁਭਾਅ ਹੀ ਬਦਲਿਆ। ਬਾਹਰੀ ਢਾਂਚਾ ਤੇ ਉਦਾਂ ਦਾ ਹੀ ਰਹਿੰਦਾ ਜਿਵੇਂ ਦਾ ਪਹਿਲਾਂ ਸੀ। ਗੁਰੂ ਕੋਲ ਆਣ ਕੇ ਵੀ ਖਿਆਲਾਤ ਚੇਂਜ ਹੁੰਦੇ ਨੇ। ਸੱਜਣ ਦਾ ਕੀ ਬਦਲਿਆ ਗੁਰੂ ਕੋਲ ਆ ਕੇ? ਖਿਆਲਾਤ। ਮਹਾਰਾਜ ਖਿਆਲਾਤ ਬਦਲ ਦਿੰਦੇ ਨੇ ਤੇ ਖਿਆਲਾਂ ਨਾਲ ਹੀ ਸਾਰਾ ਜੀਵਨ ਬਦਲ ਜਾਂਦਾ।
ਸੋ ਜਦੋਂ ਹਾਜ਼ਰ ਹੋਈਏ ਤਾਂ ਗੁਰੂ ਸਾਹਿਬ ਜੀ ਦੇ ਬੋਲਾਂ ਨੂੰ ਬੜੇ ਧਿਆਨ ਨਾਲ ਸੁਣੀਏ, ਬਹੁਤ ਅਦਬ ਨਾਲ, ਸੁਰਤ ਦੀਆਂ ਅੱਖਾਂ ਖੋਲ ਕੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੇ ਪਾਵਨ ਫਲਸਫੇ ਤੋਂ ਜਾਣੂ ਹੋਣ ਦਾ ਯਤਨ ਕਰੀਏ। ਸਾਰਾ ਕੁਝ ਬੰਦ ਕਰ ਦਿਆ ਕਰੋ ਜਦੋਂ ਗੁਰੂ ਦੀ ਦਹਲੀਜ਼ ਵਿੱਚ ਲੰਘ ਆਉਂਦੇ ਹੋ। ਸਾਡਾ ਮਨੁੱਖੀ ਸੁਭਾਅ ਹੈ, ਅਸੀਂ ਗੁਰੂ ਕੋਲ ਬਹਿ ਕੇ ਵੀ ਜੁੜੇ ਸੰਸਾਰ ਨਾਲ ਹੀ ਰਹਿੰਦੇ ਹਾਂ। ਵੈਸੇ ਇੱਕ ਬੇਨਤੀ ਕਰਾਂ, ਜਿਸ ਗੁਰੂ ਨਾਲ ਸਾਡਾ ਰਿਸ਼ਤਾ ਹੈ ਨਾ, ਗੁਰੂ ਸਾਹਿਬ ਕਹਿੰਦੇ ਨੇ ਤੂੰ ਸੰਸਾਰ ਵਿੱਚ ਰਹਿ ਕੇ ਵੀ ਗੁਰੂ ਨਾਲ ਜੁੜੇ ਰਹਿਣਾ, ਪਰ ਬਦਕਿਸਮਤੀ ਸਾਡੀ, ਅਸੀਂ ਗੁਰੂ ਕੋਲ ਬਹਿ ਕੇ ਵੀ ਸੰਸਾਰ ਨਾਲ ਹੀ ਜੁੜੇ ਰਹਿੰਦੇ ਹਾਂ। ਸੁਰਤ ਸਾਡੀ ਸੰਸਾਰ ਵਿੱਚ ਹੀ ਰਹਿੰਦੀ ਹੈ। ਤੇ ਗੁਰੂ ਸਾਹਿਬ ਜੀ ਕਹਿੰਦੇ ਨੇ ਗੁਰੂ ਕੋਲ ਬਹਿ ਕੇ ਨਹੀਂ, ਤੂੰ ਤਾਂ ਸੰਸਾਰ ਵਿੱਚ ਰਹਿੰਦਿਆਂ ਵੀ ਵਿੱਚ ਦੁਨੀਆ ਸੇਵ ਕਮਾਈ ਹੈ, ਤਾਂ ਦਰਗਾਹ ਬੈਸਣ ਪਾਈ ਹੈ। ਗੁਰੂ ਦੇ ਚਰਨਾਂ 'ਚ ਬਹਿਣ ਜੋਗਾ ਥਾਂ ਤਾਂ ਬਣਨਾ ਜੇ ਦੁਨੀਆ ਵਿੱਚ ਗੁਰੂ ਵਾਲੀ ਸੇਵਾ ਕਮਾਏਗਾ। ਕਿੱਡੇ ਪਿਆਰੇ ਬੋਲਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਰਹਿਮਤ ਕਰਦੇ। ਪਾਵ ਸੁਹਾਵੇ ਜਾਂ ਤੋ ਧਿਰ ਜੁਲਦੇ, ਉਹ ਪੈਰ ਚੰਗੇ ਨੇ ਜਿਹੜੀ ਤੇਰੀ ਧਿਰ ਵਿੱਚ ਬਣਾ ਦੇਣ ਮੈਨੂੰ, ਜਿਹੜੇ ਤੁਹਾਡੀ ਧਿਰ ਨਾਲ ਜੋੜ ਦੇਣ, ਤੇਰੀ ਧਿਰ ਬਣ ਜਾ ਜਿਹਦੇ ਨਾਲ। ਪੈਰਾਂ ਨਾਲ ਤੁਰ ਕੇ ਬੰਦਾ ਧਿਰਾਂ ਬਣਦਾ। ਬਹੁਤ ਸਾਰੀਆਂ ਧਿਰਾਂ ਹੁੰਦੀਆਂ ਨੇ ਸਮਾਜ ਵਿੱਚ, ਤੇ ਅਸੀਂ ਆਪਣੇ ਕਦਮਾਂ ਨਾਲ ਚੱਲ ਕੇ ਉਸ ਧਿਰ ਵਿੱਚ ਸ਼ਾਮਲ ਹੋ ਜਾਂਦੇ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਉਹ ਪੈਰ ਬੜੇ ਸੋਭਨੀਕ ਨੇ ਜਿਹੜੇ ਤੇਰੀ ਧਿਰ ਬਣਾ ਦੇਣ। ਪਾਵ ਸੁਹਾਵੇ ਜਾਂ ਤੋ ਧਿਰ ਜੁਲਦੇ, ਸੀਸ ਸੁਹਾਵਾ ਚਰਣੀ, ਮੁਖ ਸੁਹਾਵਾ ਜਾਂ ਤੋ ਜਸ ਗਾਵੇ, ਜੀਉ ਪਿਆ ਤੋ ਸ਼ਰਣੀ। ਤੇ ਹੁਣੇ ਹੀ ਪੜ੍ਹ ਰਿਹਾ ਸਨ ਗੁਰੂ ਕੇ ਸਵਾਰੇ, ਫਿਰ ਕੀ ਹੁੰਦਾ? ਪੂਤਾ ਮਾਤਾ ਕੀ ਆਸੀਸ, ਨਿਮਖ ਨਾ ਵਿਸਰੋ ਤੁਮ ਕੋ ਹਰ ਹਰ, ਸਦਾ ਭਜੋ ਜਗਦੀਸ਼। ਸਾਰੇ ਪੜ੍ਹਿਓ ਇੱਕ ਵਾਰ। ਪੂਤਾ ਮਾਤਾ ਕੀ ਆਸੀਸ, ਨਿਮਖ ਨਾ ਬਿਸਰੋ ਤੁਮ ਕੋ ਹਰ ਹਰ, ਸਦਾ ਭਜੋ ਜਗਦੀਸ਼। ਦੀਨ ਦੁਨੀ ਦੇ ਮਾਲਕ, ਹਲਤ ਪਲਤ ਸਵਾਰ ਦੇਣਹਾਰ ਸੱਚੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਮੁਕੱਦਸ ਚਰਨਾਂ ਅੰਦਰ ਹਾਜ਼ਰ ਹੋ ਬੈਠੇ ਗੁਰੂ ਪਿਆਰ ਵਾਲਿਓ, ਜਿੱਥੇ ਅਦਬ ਨਾਲ ਰਾਤਰੀ ਦੇ ਇਸ ਉਚੇਚੇ ਸਜੇ ਦੀਵਾਨ ਵਿੱਚ ਗੁਰੂ ਸਾਹਿਬ ਜੀ ਦਾ ਸ਼ੁਕਰ ਕਰਨ ਲਈ ਸਤਿਕਾਰਯੋਗ ਵੀਰ ਜਗਸੀਰ ਸਿੰਘ, ਭੈਣ ਨਵਜੋਤ ਕੌਰ ਜੀ ਹੋਣਾ ਨੇ, ਸਮੁੱਚੇ ਪਰਿਵਾਰ ਨੇ ਰਲ ਕੇ ਬੱਚੇ ਜਗਜੋਤ ਸਿੰਘ ਜੀ ਦੇ ਜਨਮ ਦਿਨ ਨੂੰ ਧਿਆਨ ਵਿੱਚ ਰੱਖਦਿਆਂ ਸਤਿਗੁਰੂ ਜੀ ਦਾ ਸ਼ੁਕਰ ਕਰਨ ਲਈ ਗੁਰੂ ਦੀ ਓਟ ਦਾ, ਗੁਰੂ ਦੀ ਰਹਿਮਤ ਦਾ ਪਾਤਰ ਬਣਨ ਦਾ ਯਤਨ ਕੀਤਾ ਹੈ। ਆਪ ਸਾਰੇ ਇਸ ਗੱਲ ਤੋਂ ਜਾਣੂ ਹੋ। ਮੈਨੂੰ ਹੁਕਮ ਲਾਇਆ ਸੀ ਕਿ ਤੁਸੀਂ ਜਨਮ ਮਰਨ ਵਿਸ਼ੇ ਤੇ ਗੱਲ ਕਰਨੀ ਹੈ। ਮੈਂ ਕੋਸ਼ਿਸ਼ ਕਰਾਂਗਾ ਆਪਾਂ ਰਲ ਮਿਲ ਕੇ ਥੋੜਾ ਜਿਹਾ ਇਸ ਵਿਸ਼ੇ ਨੂੰ ਸਮਝੀਏ। ਵਿਚਾਰ ਆਰੰਭਣ ਤੋਂ ਪਹਿਲਾਂ ਗੁਰੂ ਚਰਨਾਂ 'ਚ ਸਾਰੇ ਸੁਰਤ ਕਰਕੇ ਹਾਜ਼ਰ ਹੋਈਏ। ਪਿਆਰ ਨਾਲ ਗੱਜ ਕੇ ਆਖੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਖੁਦਕਿਸਮਤ ਲੋਕ ਹਾਂ, ਸਾਡੇ ਕੋਲ ਜਾਹਰ ਪੀਰ ਜਗਤ ਗੁਰ ਬਾਬਾ ਹੈ। ਧਿਆਨ ਨਾਲ ਸੁਰਤ ਨੂੰ ਟਿਕਾ ਕੇ ਬੈਠੋਗੇ ਤੇ ਗੱਲ ਸੌਖੀ ਸਮਝ ਆ ਜਾਣੀ। ਅਸੀਂ ਖੁਦਕਿਸਮਤ ਲੋਕ ਹਾਂ, ਅਸੀਂ ਉਸ ਗੁਰੂ ਦੀ ਗੋਦ ਵਿੱਚ ਬੈਠੇ ਹਾਂ ਜਿਸ ਗੁਰੂ ਨੂੰ ਸਾਰੇ ਜਗਤ ਦਾ ਗੁਰੂ ਹੋਣ ਦਾ ਮਾਣ ਮਿਲਿਆ। ਇਹਦਾ ਮਤਲਬ ਹੈ ਜਿਹਦੇ ਕੋਲ ਅਸੀਂ ਬੈਠੇ ਹਾਂ ਉਹ ਸਾਰੇ ਜਗਤ ਦਾ, ਕਿਸੇ ਇੱਕ ਫਿਰਕੇ ਦਾ, ਕਿਸੇ ਇੱਕ ਵਿਅਕਤੀ ਵਿਸ਼ੇਸ਼ ਦਾ ਨਹੀਂ ਹੈ। ਹਾਂ, ਉਹਦੇ ਵਿੱਚੋਂ ਇੱਕ ਸਿੱਖ ਕਮਿਊਨਿਟੀ ਹੈ ਜਿਹਦੀ ਗੋਦ ਵਿੱਚ ਗੁਰੂ ਨਾਨਕ ਸਾਹਿਬ ਜੀ ਦੀ 10ਵੀਂ ਜੋਤ, 10ਵੇਂ ਪਿਤਾ ਗੁਰੂ ਗੋਬਿੰਦ ਸਿੰਘ ਜੀ ਇਸ ਦੁਨੀਆ ਤੋਂ ਸਰੀਰ ਕਰਕੇ ਜਾਣ ਲੱਗਿਆ ਝੋਲੀ ਵਿੱਚ ਪਾ ਗਏ ਤੇ ਕਹਿ ਗਏ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਮੇਰੇ ਬੱਚਿਓ, ਤੁਹਾਨੂੰ ਇੱਕ ਹੁਕਮ ਲਾ ਚੱਲਿਆ। ਤੇ ਮੈਂ ਬੜੀ ਵਾਰ ਕਹਿੰਦਾ ਹੁੰਦਾ ਵੀ ਅਸੀਂ ਨਾ, ਕਈ ਵਾਰ ਤੁਸੀਂ ਆਮ ਸਾਡੇ ਘਰਾਂ 'ਚ ਵੇਖਿਓ,
ਜਾਂ ਤਾਂ ਸਾਨੂੰ ਆਪਣੇ ਘਰ ਆਏ ਮਹਿਮਾਨ ਦੇ ਪਹਿਲੇ ਬੋਲ ਯਾਦ ਰਹਿੰਦੇ ਨੇ ਤੇ ਜਾਂ ਅਖੀਰਲੇ ਬੋਲ ਯਾਦ ਰਹਿੰਦੇ ਨੇ। ਬਹੁਤ ਚੇਤੇ ਰੱਖਦੇ ਹਾਂ ਅਸੀਂ ਕਈ ਵਾਰ ਉਹਨਾਂ ਨੂੰ। ਜਦੋਂ ਮਾਂ ਕਿਸੇ ਬੱਚੇ ਨੂੰ 에ਅਰਪੋਰਟ ਤੇ ਛੱਡਣ ਜਾਏ ਤੇ ਜਾਣ ਲੱਗਿਆ ਜਿਹੜੀ 에ਅਰਪੋਰਟ ਤੇ ਗੱਲ ਪੁੱਤ ਕਹਿੰਦਾ ਨਾ, ਮਾਂ ਕਈ ਵਾਰ ਚੇਤੇ ਕਰ ਲੈਂਦੀ ਉਹਨੂੰ। ਗੱਲਾਂ ਉਹਨੇ ਬਹੁਤ ਕੀਤੀਆਂ ਹੁੰਦੀਆਂ ਨੇ ਪਹਿਲਾਂ, ਔਰ ਉਹ ਸ਼ਬਦ ਬੜੇ ਯਾਦ ਆਉਂਦੇ ਨੇ ਬਾਰ-ਬਾਰ। ਬੜਾ ਚੇਤਾ ਆਉਂਦਾ ਵੀ ਜਾਣ ਲੱਗਿਆ ਮੇਰੇ ਪੁੱਤ ਨੇ ਇਹ ਕਿਹਾ ਸੀ। ਧੀ ਜਦੋਂ ਮਾਂ ਨੂੰ ਮਿਲ ਕੇ ਪੇਕੇ ਘਰੋਂ ਸਹੁਰੇ ਘਰ ਜਾਣ ਲੱਗਦੀ ਹੈ ਨਾ, ਉਹਨੇ ਸੈਂਕੜੇ ਗੱਲਾਂ ਆਪਣੇ ਘਰ ਵਿੱਚ ਕੀਤੀਆਂ ਹੁੰਦੀਆਂ ਨੇ ਮਾਂ ਨਾਲ, ਪਰ ਉਹ ਜਿਹੜੀ ਜਾਣ ਲੱਗਿਆ ਗੱਲ ਕਰਦੀ ਨਾ, ਉਹ ਬੜੀ ਯਾਦ ਆਉਂਦੀ ਹੈ। ਕਈ ਵਾਰ ਚੇਤੇ ਆ ਜਾਂਦਾ ਉਸ ਗੱਲ ਦਾ, ਸੁੱਤਿਆਂ ਪਿਆਂ ਵੀ, ਬੈਠਦਿਆਂ ਉੱਠਦਿਆਂ, ਏਦਾਂ ਯਾਦ ਵਿੱਚ ਰਹਿੰਦਾ ਵੀ ਏਦਾਂ ਮੇਰੀ ਧੀ ਨੇ ਕਿਹਾ ਸੀ। ਹੁਣ ਸਾਡੇ ਗੁਰੂ ਸਾਹਿਬ ਜੀ ਨੇ ਜਾਣ ਲੱਗਿਆ ਇੱਕ ਗੱਲ ਕਹੀ ਸਿੱਖਾਂ ਨੂੰ ਵੀ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਬੜੀ ਵੱਡੀ ਰਮਜ਼ ਸੀ ਅਸਲ 'ਚ। ਕਿਉਂ ਕਿਹਾ? ਮਹਾਰਾਜ ਜਾਣਦੇ ਸਨ ਵੀ ਜੇ ਗੁਰੂ ਨੂੰ, ਗ੍ਰੰਥ ਨੂੰ ਗੁਰੂ ਨਾ ਮੰਨਿਆ ਇਹਨਾਂ ਨੇ ਵਿਅਕਤੀ ਪ੍ਰਸਤ ਹੋ ਜਾਣਾ, ਬੰਦਿਆਂ ਦੀ ਸੁਰਤ ਦੇ ਧਾਰਨੀ ਹੋ ਜਾਣਾ। ਤੇ ਬੰਦਾ ਕਿੰਨਾ ਵੀ ਸਿਆਣਾ ਕਿਉਂ ਨਾ ਹੋ ਜਾਏ, ਕਿੰਨਾ ਵੀ ਮਹਾਨ ਕਿਉਂ ਨਾ ਹੋ ਜਾਏ, ਬੰਦਾ ਬੰਦੇ ਦਾ ਵੈਰੀ ਰਹਿੰਦਾ ਹੀ ਰਹਿੰਦਾ ਹੈ। ਤੁਸੀਂ ਕਦੀ ਧਿਆਨ ਨਾਲ ਵੇਖਿਓ। ਮੈਂ ਕਿਹਾ ਸੀ ਅਸੀਂ ਖੁਦ ਕਿਸਮਤ ਆ। ਬਾਬੇ ਨਾਨਕ ਜੀ ਦੇ ਵੇਲੇ ਤੋਂ ਹੀ ਅਸਲ ਵਿੱਚ ਇਸ ਵਿਚਾਰਧਾਰਾ ਨੂੰ ਜਨਮ ਗੁਰੂ ਨਾਨਕ ਸਾਹਿਬ ਜੀ ਨੇ ਦੇਤਾ ਸੀ ਵੀ ਸਿੱਖ ਮੈਂ ਸ਼ਬਦ ਦਾ ਬਣਾ ਕੇ ਜਾਣਾ ਤੇ ਸ਼ਬਦ ਵਾਲਾ ਹੀ ਬਣਾ ਕੇ ਜਾਣਾ। ਤਾਂ ਹੀ ਜਦੋਂ ਸਿੱਧਾ ਨੇ ਬਾਬੇ ਨੂੰ ਸਵਾਲ ਕੀਤਾ ਸੀ ਨਾ, ਕਮਨ ਗੁਰੂ ਕਿਸਕਾ ਤੂੰ ਚੇਲਾ, ਤੇਰਾ ਗੁਰੂ ਕੌਣ ਹੈ? ਏਦਾਂ ਹੀ ਬਾਣੀ 'ਚ ਸ਼ਬਦ ਲਿਖੇ ਨੇ, ਤੇਰਾ ਗੁਰੂ ਕੌਣ ਹੈ ਤੇ ਤੂੰ ਚੇਲਾ ਕਿਹਦਾ ਹੈ? ਤੇ ਬਾਬੇ ਨੇ ਕਿੱਡੇ ਪਿਆਰੇ ਸ਼ਬਦ ਵਰਤੇ। ਬਾਬੇ ਨੇ ਇਹ ਨਹੀਂ ਕਿਹਾ ਕਿ ਮੈਂ ਤੇ ਸਾਹਮਣੇ ਬੈਠਾ, ਤੈਨੂੰ ਸਵਾਲ ਕਰਨ ਦੀ ਲੋੜ ਕੀ ਹੈ, ਮੈਂ ਗੁਰੂ ਨਹੀਂ ਦਿਸਦਾ ਤੈਨੂੰ? ਅਸੀਂ ਸਾਰੇ ਗੁਰੂ ਨਾਨਕ ਸਾਹਿਬ ਜੀ ਨੂੰ ਜਗਤ ਗੁਰੂ ਨਾਨਕ ਸਾਹਿਬ ਜੀ ਕਹਿ ਕੇ ਸੰਬੋਧਨ ਕਰਦੇ ਆ ਨਾ। ਔਰ ਜੇ ਮੈਨੂੰ ਕੋਈ ਪੁੱਛ ਲੈ, ਇੱਥੇ ਮੰਨ ਲਓ ਮੈਂ ਇਸ ਗੁਰਦੁਆਰੇ ਦੀ ਦਹਲੀਜ਼ ਵਿੱਚ ਘੁੰਮ ਰਿਹਾ ਹਾਂ ਤੇ ਕੋਈ ਪੁੱਛ ਲੈ ਵੀ ਪ੍ਰਚਾਰਕ ਕੌਣ ਹੈ, ਇੱਥੇ ਮੈਂ ਗੱਲ ਕਰਨੀ ਹੈ, ਤੇ ਮੈਂ ਕਹਿ ਹੀ ਦੇਣਾ ਵੀ ਮੈਂ ਹੀ ਹਾਂ, ਗੱਲ ਕਰ ਮੇਰੇ ਨਾਲ। ਜਦੋਂ ਗੁਰੂ ਸਾਹਿਬ ਜੀ ਨੇ ਇਹ ਸਵਾਲ ਕੀਤਾ ਹੈ ਵੀ ਗੁਰੂ ਕੌਣ ਹੈ ਤੇਰਾ, ਤੇ ਬਾਬੇ ਨੇ ਇਹ ਨਹੀਂ ਕਿਹਾ ਮੈਂ ਗੁਰੂ ਆ, ਤੇ ਤੂੰ ਚੇਲਾ ਕਿਹਦਾ ਆ? ਬਾਬੇ ਨੇ ਕਿੱਡਾ ਪਿਆਰਾ ਜਵਾਬ ਦਿੱਤਾ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਸ਼ਬਦ ਗੁਰੂ ਤੇ ਸੁਰਤ ਧੁਨ ਚੇਲਾ। ਧੁਨ ਦਾ ਅਰਥ ਹੁੰਦਾ ਐ ਜਿਹੜਾ ਬਿਲਕੁਲ ਗੁੜਚ ਹੋਇਆ ਹੋਵੇ। ਧੁਨ ਜਿਹੜੀ ਹੈ ਨਾ ਸਾਜ਼ ਹੈ, ਅਸਲ 'ਚ ਇਹ ਗੱਲ ਅੱਜ ਸਾਜ਼ ਨਾਲ ਜੋੜ ਲਈ ਗਈ ਹੈ। ਧੁਨ ਦਾ ਅਰਥ ਹੈ ਜਿਹੜੀ ਅੰਦਰੋਂ ਚੀਜ਼ ਨਿਕਲੇ ਤੁਹਾਡੇ, ਜਿਹੜੀ ਫੀਲਿੰਗ 'ਚੋਂ ਪੈਦਾ ਹੋਵੇ, ਜਿਹੜੀ ਅਹਿਸਾਸ ਵਿੱਚੋਂ ਪੈਦਾ, ਉਹ ਵੱਖਰੀ ਧੁਨ ਹੁੰਦੀ ਹੈ। ਅੱਜ ਛੋਟੇ ਛੋਟੇ ਬੱਚੇ ਜਦੋਂ ਕਿਤੇ ਰੱਬ ਦੇ ਰੰਗ ਵਿੱਚ ਛੋਟੇ ਛੋਟੇ ਬੱਚੇ ਮਸਤ ਹੋਏ ਹੁੰਦੇ ਨੇ ਨਾ, ਇਹਨਾਂ ਦੀਆਂ ਧੁਨਾਂ ਵੇਖਿਆ ਕਰੋ ਤੁਸੀਂ। ਭਾਵੇਂ ਉਹ ਚੀਕਾਂ ਹੀ ਮਾਰ ਰਹੇ ਹੁੰਦੇ ਨੇ, ਪਰ ਪਿਆਰੀਆਂ ਕਿੰਨੀਆਂ ਲੱਗਦੀਆਂ, ਕਿਉਂਕਿ ਉਹ ਬਨਾਵਟੀ ਨਹੀਂ ਹਨ। ਉਹ ਘਰ ਦੇ ਕਿਸੇ ਜੀ ਨੂੰ ਖੁਸ਼ ਕਰਨ ਲਈ ਨਹੀਂ ਕਰ ਰਹੇ। ਉਹ ਇਸ ਕਰਕੇ ਨਹੀਂ ਕਰ ਰਹੇ ਵੀ ਮੇਰੀ ਮਾਂ ਨੂੰ, ਮੇਰੇ ਦਾਦੇ ਨੂੰ, ਮੇਰੀ ਦਾਦੀ ਨੂੰ ਚੰਗਾ ਲੱਗੇ। ਉਹਨਾਂ ਨੂੰ ਜੋ ਚੰਗਾ ਲੱਗਦਾ ਨਾ ਉਹੀ ਕਰਦੇ ਨੇ, ਤਾਂ ਪਿਆਰੀ ਬੜੀ ਲੱਗਦੀ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਹਾ ਸ਼ਬਦ ਗੁਰੂ ਹੈ ਤੇ ਸੁਰਤ ਮੇਰੀ ਚੇਲਾ ਹੈ। ਤੇ ਸੁਰਤ ਵੀ ਏਦਾਂ ਜਿਹੜੀ ਧੁਨ ਹੈ ਅੰਦਰ ਤੱਕ ਭਿੱਜੀ ਹੋਈ। ਹੁਣ ਇਸੇ ਗੱਲ ਨੂੰ ਬੂਰ ਪਾਇਆ ਗੁਰੂ ਦਸਵੇਂ ਪਾਤਸ਼ਾਹ ਜੀ ਨੇ ਅਖੀਰ ਦੇ ਵੇਲੇ ਵੀ ਆਹ ਲਓ ਵੀ ਜਿਹੜੀ ਗੱਲ ਬਾਬੇ ਨਾਨਕ ਜੀ ਨੇ ਆਰੰਭ ਕੀਤੀ ਸੀ ਉਹ ਸ਼ੁਰੂ ਹੋ ਗਈ, ਤੇ ਮੈਂ ਅੱਜ ਸ਼ਬਦ ਦੇ ਲੜ ਸਾਰੀ ਕੌਮ ਨੂੰ ਲਾ ਚੱਲਿਆ। ਸਿੱਖਾਂ ਨੇ ਗੱਲ ਪੱਲੇ ਬੰਨ ਲਈ। ਆ ਤਾਂ ਹੀ ਬੈਠਿਆ ਨਾ ਆਪਾਂ ਸ਼ਬਦ ਗੁਰੂ ਦੀ ਗੋਦ ਵਿੱਚ। ਇਹ ਠੀਕ ਹੈ ਕੋਈ ਥੋੜੇ ਰੂਪ 'ਚ ਮੰਨੇ, ਕੋਈ ਜ਼ਿਆਦਾ ਰੂਪ 'ਚ ਮੰਨੇ, ਪਰ ਜਦੋਂ ਗੁਰੂ ਦੀ ਗੱਲ ਆ ਜਾਏ ਨਾ, ਗੁਰੂ ਸਾਹਿਬ ਜੀ ਦੀ ਬਾਣੀ, ਅਸੀਂ ਅੰਦਰੋਂ ਮੰਨੀਏ ਨਾ ਮੰਨੀਏ, ਸਵੀਕਾਰ ਕਰੀਏ ਨਾ ਕਰੀਏ, ਪਰ ਸਾਡੇ ਸਾਹਮਣੇ ਜਦੋਂ ਕੋਈ ਗੁਰੂ ਦੀ ਗੱਲ ਕਰਦਾ ਤੇ ਅਸੀਂ ਇੱਕ ਪਲ ਲਈ ਉਸੇ ਵੇਲੇ ਹੀ ਸਮਰਪਿਤ ਹੋ ਜਾਂਦੇ ਵੀ ਹਾਂ ਠੀਕ ਹੈ ਗੁਰੂ ਸਾਹਿਬ ਜੀ ਦੀ ਗੱਲ ਹੈ, ਤਾਂ ਫਿਰ ਅਸੀਂ ਹਰ ਤਰ੍ਹਾਂ ਨਾਲ ਹੀ ਹਾਜ਼ਰ ਹਾਂ। ਤੁਸੀਂ ਬੜੇ ਬੰਦੇ ਵੇਖੇ ਹੋਣੇ ਨੇ ਜਿਹੜੇ ਗੁੱਸੇ ਵਾਲੇ, ਨਫ਼ਰਤ ਵਾਲੇ, ਜਾਂ ਆਮ ਸਮਾਜ ਵਿੱਚ ਕਿਸੇ ਦੇ ਕੰਮ ਨਹੀਂ ਆਉਂਦੇ, ਪਰ ਉਹ ਗੁਰੂ ਦੇ ਕੰਮ ਆ ਹੀ ਜਾਂਦੇ ਨੇ, ਗੁਰੂ ਦੇ ਕੰਮ ਆਉਂਦੇ ਨੇ।
ਹਾਲਾਂਕਿ ਵੱਖਰੀ ਗੱਲ ਹੈ ਵੀ ਅਸੀਂ ਉਹ ਸਾਰੀ ਕਹਾਣੀ ਜਾਂ ਸਾਰਾ ਉਹ ਸਟਰਕਚਰ ਨਹੀਂ ਘੜ ਸਕੇ ਵੀ ਗੁਰੂ ਦੇ ਕੰਮ ਆਉਣਾ ਕੀ ਮਤਲਬ ਹੁੰਦਾ ਹੈ, ਕਿਵੇਂ ਬੰਦਾ ਗੁਰੂ ਦੇ ਕੰਮ ਆਉਂਦਾ ਹੈ। ਅਸੀਂ ਗੁਰੂ ਦਾ ਨਾਂ ਵਰਤ ਕੇ ਬਹੁਤੀ ਵਾਰ ਬੰਦਿਆਂ ਨੂੰ ਆਪ ਹੀ ਯੂਜ਼ ਕਰ ਜਾਂਦੇ ਹਾਂ। ਅਸੀਂ ਸੰਸਾਰ ਵਿੱਚ ਇੰਨੇ ਚਲਾਕ ਹਾਂ ਵੀ ਗੁਰੂ ਦਾ ਨਾਂ ਲੈ ਕੇ ਆਪਣੇ ਲਈ ਵਰਤ ਜਾਂਦੇ ਹਾਂ ਬਹੁਤੀ ਵਾਰ ਸਮਾਜ ਨੂੰ। ਹਾਲਾਂਕਿ ਜਿਹੜਾ ਬੰਦਾ ਸਾਹਮਣੇ ਵਾਲਾ ਹਾਜ਼ਰ ਹੋ ਰਿਹਾ ਨਾ, ਉਹ ਗੁਰੂ ਕਰਕੇ ਹਾਜ਼ਰ ਹੋ ਰਿਹਾ। ਖੈਰ, ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਹਾ ਸ਼ਬਦ ਗੁਰੂ ਹੈ ਤੇ ਸੁਰਤੀ ਚੇਲਾ ਹੈ, ਤੇ ਉਹ ਸੁਰਤੀ ਵੀ ਜਿਹੜੀ ਹੈ ਅੰਦਰੋਂ ਮਤਲਬ ਪੂਰੀ ਫੀਲਿੰਗ ਨਾਲ ਜੁੜੀ ਹੋਵੇ। ਮਹਾਰਾਜ ਦਸਵੇਂ ਪਾਤਸ਼ਾਹ ਜੀ ਨੇ ਕਿਹਾ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਮੈਂ ਅੱਜ ਕੌਮ ਨੂੰ ਲਾ ਚੱਲਿਆ, ਤੇ ਅਖੀਰਲੀ ਗੱਲ ਕਹੀ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਇਹਦਾ ਅਰਥ ਇਹ ਸੀ ਵੀ ਸਿੱਖੋ ਗੁਰੂ ਗ੍ਰੰਥ ਨੂੰ ਮੰਨਣਾ ਤੇ ਗ੍ਰੰਥ ਤੋਂ ਇਲਾਵਾ ਕਿਸੇ ਦੀ ਨਹੀਂ ਸੁਣਨੀ। ਕੋਈ ਕਿੰਨਾ ਵੀ ਸਿਆਣਾ ਹੋਵੇ, ਕਿੰਨਾ ਵੀ ਮਹਾਨ ਹੋਵੇ, ਕਿੰਨਾ ਵੀ ਇੰਟੈਲੀਜੈਂਟ ਕਿਉਂ ਨਾ ਹੋਵੇ, ਗੁਰੂ ਤੋਂ ਸਿਵਾਏ ਨਹੀਂ ਸੁਣਨੀ। ਸ਼ਾਇਦ ਇਸੇ ਕਰਕੇ ਤੁਸੀਂ ਸਾਰੇ ਅੱਜ ਇੱਦਾਂ ਗੁਰੂ ਦੀ ਗੋਦ ਵਿੱਚ ਬਹਿ ਕੇ ਅਸੀਂ ਬੱਚੇ ਦਾ ਜਨਮ ਦਿਨ ਮਨਾਉਣਾ ਹੀ ਹੈ ਤੇ ਗੁਰੂ ਦੀ ਗੋਦ ਵਿੱਚ ਕਿਉਂ ਨਾ ਬਈਏ। ਜੇ ਮਨਾਉਣਾ ਹੀ ਹੈ ਤੇ ਗੁਰੂ ਦੀ ਗੋਦ ਵਿੱਚ ਬਹਿ ਕੇ। ਪਰ ਸੰਸਾਰ ਦਾ ਬਹੁਤਾ ਹਿੱਸਾ ਕਹਿੰਦਾ ਵੀ ਨਹੀਂ, ਜੋ ਸਵਾਦ ਦੁਨੀਆ 'ਚ ਆਉਂਦਾ ਹੈ ਨਾ, ਉਹ ਗੁਰੂ ਦੀ ਗੋਦ ਵਿੱਚ, ਬੋਲਿਓ ਗੱਜ ਕੇ, ਉਹ ਗੁਰੂ ਦੀ ਗੋਦ ਵਿੱਚ ਨਹੀਂ ਆਉਂਦਾ। ਅਜੀਬ ਨਹੀਂ ਹੋ ਗਈ ਗੱਲ? ਫਿਰ ਇਹ ਕਿਵੇਂ ਕਹਿ ਸਕਦਾ ਵੀ ਮੈਂ ਗੁਰੂ ਆਸੀ ਚੱਲਦਾ? ਹਾਲਾਂਕਿ ਸੰਸਾਰ ਦੇ ਕਿਸੇ ਕਾਰਜ ਤੋਂ ਗੁਰੂ ਸਾਹਿਬ ਜੀ ਨੇ ਵਰਜਿਆ ਨਹੀਂ ਹੈ, ਪਰ ਜਿਹੜੇ ਸੰਸਾਰ ਦੇ ਕਾਰਜ ਤੈਨੂੰ ਗੁਰੂ ਨਾਲੋਂ ਦੂਰ ਕਰ ਦੇਣ, ਉਹਨਾਂ ਤੋਂ ਤੇ ਗੁਰੂ ਸਾਹਿਬ ਜੀ ਵਰਜਦੇ ਹੀ ਨੇ। ਤੇ ਸ਼ਬਦ ਕਿੱਡਾ ਪਿਆਰਾ ਮਹਾਰਾਜ ਸੱਚੇ ਪਾਤਸ਼ਾਹ, ਇੰਨੇ ਕੀ ਸ਼ਬਦ ਮੈਂ ਸਾਂਝੇ ਕਰਨੇ ਨੇ ਤੁਹਾਡੇ ਨਾਲ। ਪੂਤਾ ਮਾਤਾ ਕੀ ਆਸੀਸ, ਪੁੱਤਰ ਜੀ ਤੈਨੂੰ ਮਾਂ ਦੀ ਇੱਕ ਆਸੀਸ ਹੈ। ਹੁਣ ਸਾਡੇ ਕੋਲ ਦੋ ਮਾਵਾਂ ਹੁੰਦੀਆਂ ਨੇ, ਅਸੀਂ ਦੋ ਮਾਵਾਂ ਦਾ ਜ਼ਿਕਰ ਕਰਦੇ। ਇੱਕ ਮਾਂ ਹੈ ਆਪਣੀ ਮੱਤ ਤੇ ਇੱਕ ਮਾਂ ਹੈ ਗੁਰੂ ਦੀ ਮੱਤ, ਤੇ ਤੀਜੇ ਰੂਪ ਵਿੱਚ ਹੈ ਜਿਹੜੀ ਮਾਂ ਨੇ ਸਾਨੂੰ ਬੱਚੇ ਨੂੰ ਜਨਮ ਦਿੱਤਾ ਹੈ। ਗੁਰੂ ਸਾਹਿਬ ਜੀ ਦੀ ਬਾਣੀ ਨੂੰ ਜਦੋਂ ਤੁਸੀਂ ਧਿਆਨ ਨਾਲ ਕਿਤੇ ਵੇਖਣਾ ਹੈ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਰੱਬ ਵਿੱਚ ਤੇ ਮਾਂ ਵਿੱਚ ਬਹੁਤਾ ਕੋਈ ਫਰਕ ਬਿਆਨ ਨਹੀਂ ਕੀਤਾ। ਮਹਾਰਾਜ ਨੇ ਕਿਹਾ ਮਾਂ ਤੇ ਰੱਬ ਇੱਕੋ ਜਿਹੀਆਂ ਚੀਜ਼ਾਂ ਨੇ। ਜੇ ਤੁਸੀਂ ਰੱਬ ਖੁਸ਼ ਕਰਨਾ ਹੈ ਤੇ ਮਾਂ ਨੂੰ ਖੁਸ਼ ਕਰ ਲਓ, ਜੇ ਮਾਂ ਨੂੰ ਖੁਸ਼ ਕਰ ਲਿਆ ਤੇ ਰੱਬ ਖੁਸ਼ ਹੋ ਜਾਣਾ। ਹੁਣ ਇਹ ਕਿੱਡੀ ਪਿਆਰੀ ਬਾਤ ਸੀ, ਇਹਨੂੰ ਜੇ ਅਸੀਂ ਧਿਆਨ ਨਾਲ ਵੇਖਦੇ ਤਾਂ। ਪਰ ਹੋਇਆ ਇਹ, ਅਸੀਂ ਇਹ ਬੋਲ ਜਿਹੜੇ ਪੂਤਾ ਮਾਤਾ ਕੀ ਅਸੀਸ ਪੜ੍ਹ ਤਾਂ ਲਏ, ਪਰ ਅਸੀਂ ਇਹ ਅਸੀਸ ਦੇਣ ਵਿੱਚ ਅਸਮਰੱਥ ਰਹਿ ਗਏ ਆਪਣੇ ਬੱਚਿਆਂ ਨੂੰ ਵੀ ਤੁਸੀਂ ਹਮੇਸ਼ਾ ਅਸੀਸ ਗੁਰੂ ਦੀ ਲੈਣੀ ਹੈ। ਤੇ ਗੁਰੂ ਦੀ ਅਸੀਸ ਨੇ ਚੰਗਾ ਇਨਸਾਨ ਬਣਾਉਣਾ ਹੈ। ਤੇ ਜਿੱਦਣ ਸਾਡੇ ਬੱਚੇ ਚੰਗੇ ਇਨਸਾਨ ਬਣ ਗਏ ਨਾ, ਉਦਣ ਫਿਰ ਜਿਸ ਜਗ੍ਹਾ ਤੇ ਵੀ ਸਾਡਾ ਬੱਚਾ ਵਿਚਰੇਗਾ, ਜਿਸ ਜਗ੍ਹਾ ਤੇ ਵੀ ਸਾਡਾ ਬੱਚਾ ਜਾਏਗਾ, ਜਿਸ ਸੁਸਾਇਟੀ ਵਿੱਚ ਵੀ ਸਾਡਾ ਬੱਚਾ ਬੈਠੇਗਾ, ਉਹਨੇ ਉੱਥੇ ਬਹਿਣ ਨਾਲ ਹੀ ਮਾਂ ਬਾਪ ਤੇ ਆਪਣੇ ਗੁਰੂ ਦਾ ਨਾਮ ਉੱਥੇ ਲੈ ਹੀ ਜਾਣਾ। ਗੁਰੂ ਸਾਹਿਬ ਸਰੀਰ ਕਰਕੇ ਹਾਜ਼ਰ ਨਹੀਂ ਵੀ ਹੋਣਗੇ ਭਾਵੇਂ, ਪਰ ਸੁਰਤ ਕਰਕੇ ਗੁਰੂ ਸਾਹਿਬ ਜੀ ਨੇ ਉੱਥੇ ਹਾਜ਼ਰ ਹੋ ਹੀ ਜਾਣਾ। ਇਸ ਲਈ ਜਦੋਂ ਅਸੀਂ ਸਿੱਖ ਅਖਵਾਉਣ ਵਾਲਿਆਂ ਨੇ, ਜਿਨ੍ਹਾਂ ਨੂੰ ਇਹ ਮਾਣ ਸੱਚੇ ਪਾਤਸ਼ਾਹ ਜੀ ਨੇ ਦਿੱਤਾ ਹੈ, ਉਹ ਇਹ ਕੋਸ਼ਿਸ਼ ਕਰਿਆ ਕਰੋ ਵੀ ਅਸੀਂ ਇਸ ਅਸੀਸ ਨੂੰ, ਇਹ ਜਿਹੜੀ ਅਸੀਸ ਮਹਾਰਾਜ ਨੇ ਸਾਨੂੰ ਦਿੱਤੀ ਹੈ, ਇਹਨੂੰ ਇੰਨੇ ਵੱਡੇ ਪੱਧਰ ਤੇ ਪ੍ਰਸਾਰਿਆ ਜਾਏ ਵੀ ਜਦੋਂ ਸਾਡੇ ਨਾਲ ਕੋਈ ਮਿਲੇ, ਸਾਡੇ ਨਾਲ ਕੋਈ ਗੱਲ ਕਰੇ ਤੇ ਉਹਨੂੰ ਐਂ ਲੱਗੇ ਵੀ ਜਿਵੇਂ ਮੈਂ ਕਿਸੇ ਗੁਰੂ ਦੇ ਬੰਦੇ ਨਾਲ ਮਿਲ ਕੇ ਆਇਆ। ਬੰਦਾ ਸਿੰਘ ਬਹਾਦਰ, ਗੁਰੂ ਦਾ ਬੰਦਾ, ਇਹਦਾ ਮਤਲਬ ਕਿੱਦਾਂ ਦਾ ਬੰਦਾ ਹੋਣਾ ਹੈ? ਉਹ ਗੁਰੂ ਦਾ ਬੰਦਾ। ਇੱਕੋ ਬੰਦੇ ਨਾਲ ਅੱਜ ਤੱਕ ਸ਼ਬਦ ਜੁੜਿਆ ਜਿਹਦਾ ਨਾਮ ਬੰਦਾ ਹੈ। ਬਾਕੀ ਤੁਸੀਂ ਵੇਖੋ ਬਹੁਤ ਨਾਮ ਨੇ ਉਹਦੇ, ਹਾਲਾਂਕਿ ਇਤਿਹਾਸਕਾਰਾਂ ਨੇ ਕਈ ਵਾਰ ਕਿਹਾ ਵੀ ਉਹਦਾ ਨਾਮ ਗੁਰਬਖਸ਼ ਸਿੰਘ ਸੀ। ਨਹੀਂ, ਉਹਦਾ ਨਾਮ ਬੰਦਾ ਹੀ ਹੈ ਅਸਲ ਵਿੱਚ। ਜਦੋਂ ਗੁਰੂ ਸਾਹਿਬ ਜੀ ਨੂੰ ਮਿਲਿਆ ਸੀ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ 'ਚ ਹਾਜ਼ਰ ਹੋ ਕੇ ਉਹਨੇ ਕਿਹਾ ਵੀ ਅੱਜ ਤੋਂ ਬਾਅਦ ਤੇਰਾ ਬੰਦਾ, ਤੇ ਮਹਾਰਾਜ ਨੇ ਉਹਦਾ ਨਾਮ ਖੰਡੇ ਬਾਟੇ ਦੀ ਪੌਲ ਦੇਣ ਤੋਂ ਬਾਅਦ ਬੰਦਾ ਸਿੰਘ ਬਹਾਦਰ ਰੱਖਤਾ। ਤੇ ਉਸ ਬੰਦਾ ਸਿੰਘ ਬਹਾਦਰ ਨੇ ਜ਼ਿੰਦਗੀ ਦਾ ਹਰ ਕਾਰਜ ਗੁਰੂ ਦੀ ਮਰਜ਼ੀ ਨਾਲ ਕੀਤਾ।
ਇਸੇ ਦਿੱਲੀ ਦੀ ਧਰਤੀ ਤੇ ਜਿੱਦਣ ਬੰਦਾ ਸਿੰਘ ਬਹਾਦਰ ਦੇ ਸਾਹਮਣੇ ਉਹਦੇ ਬੱਚੇ ਦੀ ਜ਼ਿੰਦਗੀ ਦੇ ਵਿੱਚੋਂ ਤੇ ਗੁਰੂ ਦੀ ਅਸੀਸ ਵਿੱਚੋਂ ਦੋ ਚੀਜ਼ਾਂ ਚੋਂ ਇੱਕ ਚੁਣਨੀ ਸੀ ਤੇ ਉਹਨੇ ਬੱਚਾ ਨਹੀਂ ਚੁਣਿਆ, ਉਹਨੇ ਗੁਰੂ ਦੀ ਅਸੀਸ ਚੁਣੀ। ਹੁਣ ਇਹ ਇਤਿਹਾਸ ਦੇ ਵਾਕਿਆ ਨੇ, ਸਾਡੇ ਇਤਿਹਾਸ ਵਿੱਚ, ਹਿਸਟਰੀ ਦੇ ਚੈਪਟਰ ਵਿੱਚ ਇਹ ਗੱਲਾਂ ਬੜੇ ਗੂੜੇ ਅੱਖਰਾਂ ਨਾਲ ਲਿਖੀਆਂ ਨੇ। ਅਸੀਂ ਅੱਜ ਕਈ ਵਾਰ ਕਹਿ ਦਿੰਦੇ ਹਾਂ ਵੀ ਸਮਾਜ ਦਾ ਰੰਗ ਚੜ ਗਿਆ ਸਾਡੇ ਬੱਚਿਆਂ ਤੇ। ਬੰਦਾ ਸਿੰਘ ਬਹਾਦਰ ਦੇ ਬੱਚੇ ਵੀ ਇਸੇ ਸਮਾਜ ਵਿੱਚ ਹੀ ਸਨ ਤੇ ਸਮਾਜ ਜਿਹੜਾ ਬੰਦਾ ਸਿੰਘ ਬਹਾਦਰ ਦੇ ਵੇਲੇ ਸੀ ਨਾ, ਉਹ ਬੜਾ ਖਤਰਨਾਕ ਸੀ। ਅੱਜ ਦਾ ਸਮਾਜ ਬਹੁਤ ਚੰਗਾ ਹੈ। ਇਹਦੇ ਦੋ ਪਹਿਲੂ ਨੇ, ਧਿਆਨ ਨਾਲ ਅਸੀਂ ਕਹਿੰਦੇ ਹਾਂ ਅੱਜ ਦਾ ਸਮਾਜ ਬੜਾ ਖਤਰਨਾਕ ਹੈ। ਨਹੀਂ ਭਾਈ, ਜਦੋਂ ਬੰਦਾ ਬੰਦੇ ਦੇ ਖੂਨ ਦਾ ਪਿਆਸਾ ਹੋਵੇ, ਬੰਦੇ ਨੂੰ ਬੰਦੇ ਨਾਲ ਫਰਕ ਹੀ ਕੋਈ ਨਾ ਪੈਂਦਾ ਹੋਵੇ, ਕਤਲੋ ਗਾਰਤ ਇੰਨੇ ਸਿਖਰਾਂ ਤੇ ਹੋਵੇ, ਉਸ ਵੇਲੇ ਦੇ ਸਮਾਜ ਦੀ ਤੁਲਨਾ ਕਰ ਸਕਦੇ ਹੋ ਤੁਸੀਂ ਵੀ ਸਮਾਜ ਕਿੱਦਾਂ ਦਾ ਹੋਏਗਾ? ਅਸੀਂ ਅੱਜ ਕਹਿੰਦੇ ਹਾਂ ਸਮਾਜ ਵਿੱਚ ਲੋਕ ਖੁਦ ਪ੍ਰਸਤ ਹੋ ਗਏ ਨੇ, ਲੋਕ ਮੌਕਾ ਪ੍ਰਸਤ ਹੋ ਗਏ ਨੇ, ਲੋਕ ਆਪਣੀਆਂ ਮਰਜ਼ੀਆਂ ਕਰਦੇ। ਨਹੀਂ ਭਾਈ, ਇਹ ਪਹਿਲਾਂ ਤੋਂ ਵੀ ਆਈ ਸੀ ਔਰ ਅੱਜ ਨਾਲੋਂ ਵੀ ਖਤਰਨਾਕ ਸੀ। ਪਰ ਬੰਦਾ ਸਿੰਘ ਨੇ ਉਸ ਖਤਰਨਾਕ ਸਮਾਜ ਦਾ ਪ੍ਰਭਾਵ ਆਪਣੇ ਤੇ ਨਹੀਂ ਪੈਣ ਦਿੱਤਾ। ਬੰਦਾ ਸਿੰਘ ਦੇ ਸਾਹਮਣੇ ਦੋ ਸਵਾਲ ਰੱਖੇ, ਆ ਫੜ ਛੁਰਾ, ਆਪਣੇ ਬੱਚੇ ਦਾ ਕਲੇਜਾ ਕੱਢ। ਜੇ ਤੂੰ ਕਹਿੰਦਾ ਇਹਨਾਂ ਸਿੱਖੀ ਬੜੀ ਚੰਗੀ ਹੈ, ਆ ਛੁਰਾ ਫੜ, ਬੱਚੇ ਦਾ ਕਲੇਜਾ ਕੱਢ, ਮੈਂ ਵੇਖਾਂ ਤੂੰ ਕਿੱਡਾ ਕੁ ਬਹਾਦਰ ਹੈ। ਤੇਰੇ ਨਾਮ ਨਾਲ ਬਹਾਦਰ ਸ਼ਬਦ ਜੁੜਿਆ ਹੋਇਆ, ਤੈਨੂੰ ਬੰਦਾ ਕਹਿੰਦੇ ਨੇ ਗੁਰੂ ਦਾ। ਵੇਖਾਂ ਗੁਰੂ ਦਾ ਬੰਦਾ ਕਿੰਨੇ ਕੁ ਸਦਕ ਚ ਪੱਕਾ ਰਹਿ ਸਕਦਾ। ਆ ਫੜ ਛੁਰਾ ਤੇ ਆਪਣੇ ਬੱਚੇ ਦਾ ਕਲੇਜਾ ਕੱਢ। ਬੰਦਾ ਸਿੰਘ ਬਹਾਦਰ ਮੁਸਕਰਾਇਆ ਔਰ ਉਸ ਜਲਾਦ ਨੂੰ ਕਹਿਣ ਲੱਗਾ, ਜਲਾਦਾ, ਜੇ ਮੇਰੀ ਬਹਾਦਰੀ ਵੇਖਣੀ ਹੈ ਨਾ, ਫਿਰ ਆਪਣੇ ਸਿਪਾਹੀਆਂ ਨੂੰ ਕਹਿ ਮਾੜਾ ਜਿਹਾ ਮੈਨੂੰ ਇਹ ਪਿੰਜਰੇ ਚੋਂ ਆਜ਼ਾਦ ਕਰਨ। ਜੇ ਮੇਰੀ ਬਹਾਦਰੀ ਵੇਖਣੀ ਹੈ ਨਾ, ਤੇ ਇਹਨਾਂ ਆਪਣੇ ਸਿਪਾਹੀਆਂ ਨੂੰ ਮਾੜਾ ਜਿਹਾ ਹੁਕਮ ਦੇ ਵੀ ਇੱਕ ਵਾਰ ਮੇਰੇ ਹੱਥਾਂ 'ਚੋਂ ਹੱਥ ਕੜੀਆਂ ਲਾਉਣ, ਮੇਰੇ ਪੈੜਾਂ 'ਚੋਂ ਬੇੜੀਆਂ ਲਾਉਣ। ਜੇ ਤੇਰੀਆਂ 7 ਪੁਸਤਾਂ ਬਹਾਦਰੀ ਦੇ ਕਿੱਸੇ ਨਹੀਂ ਸੁਣਾਉਣਗੀਆਂ ਮੇਰੀ, ਤੇ ਫਿਰ ਗੱਲ ਕਰੀ। ਤੇ ਜੇ ਮੇਰੀ ਬਹਾਦਰੀ ਇਹਦੇ ਤੇ ਪਰਖਣੀ ਚਾਹੁੰਦਾ ਵੀ ਆਹ ਬੱਚਾ ਪਿਆ, ਇਹਦਾ ਕਲੇਜਾ ਕੱਢ ਦੇ, ਤੇ ਤੂੰ ਇਹ ਕਹਿਣਾ ਵੀ ਬੰਦਾ ਸਿਆ ਮੈਂ ਤੇਰੀ ਬਹਾਦਰੀ ਦੇ ਕਿੱਸੇ ਸੁਣੇ ਨੇ, ਤੇ ਤੂੰ ਕਿੱਸੇ ਸੁਣੇ ਨੇ, ਤੂੰ ਇਹ ਨਹੀਂ ਸੁਣਿਆ ਮੈਂ ਸਿੱਖ ਕਿਸ ਗੁਰੂ ਦਾ ਆ। ਇਸ ਜਗ੍ਹਾ ਤੇ ਜੇ ਤੇਰਾ ਪੁੱਤ ਪਿਆ ਹੋਵੇ ਤੇ ਮੇਰੇ ਹੱਥ ਵਿੱਚ ਛੁਰਾ ਹੋਵੇ, ਤੇ ਮੈਂ ਕਲੇਜਾ ਤੇ ਤੇਰੇ ਪੁੱਤ ਦਾ ਵੀ ਨਹੀਂ ਕੱਢ ਸਕਦਾ, ਉਹਨੂੰ ਚੁੱਕ ਕੇ ਗਲ ਨਾਲ ਲਾਵਾਂਗਾ। ਬੇਸ਼ੱਕ ਤੇਰੇ ਨਾਲ ਮੇਰੀ ਦੁਸ਼ਮਣੀ ਹੈ, ਬੇਸ਼ੱਕ ਤੂੰ ਜ਼ਾਲਮ ਹੈ, ਤੇ ਮੈਨੂੰ ਪਤਾ ਹੈ ਤੂੰ ਮੇਰੇ ਬੱਚੇ ਨਾਲ ਕੋਈ ਰਹਿਮ ਨਹੀਂ ਕਰਨਾ, ਤੈਨੂੰ ਕੋਈ ਦਇਆ ਨਹੀਂ ਆਉਣੀ ਮੇਰੇ ਪੁੱਤ ਤੇ। ਪਰ ਜੇ ਇਸ ਜਗ੍ਹਾ ਤੇ ਮੇਰੇ ਪੁੱਤ ਦੀ ਜਗ੍ਹਾ ਤੇ ਤੇਰਾ ਪੁੱਤ ਪਿਆ ਹੋਏਗਾ, ਤੇ ਬਹਾਦਰੀ ਇਹ ਕਹਿੰਦੀ ਹੈ, ਗੁਰੂ ਨਾਨਕ ਦਾ ਘਰ ਇਹ ਕਹਿੰਦਾ ਹੈ, ਮੈਂ ਉਸ ਬੱਚੇ ਨੂੰ ਚੁੱਕ ਕੇ ਗਲ ਨਾਲ ਤੇ ਲਾ ਲਾਂਗਾ, ਔਰ ਉਹਦੇ ਝਰੀਟ ਤੱਕ ਨਹੀਂ ਆਉਣ ਦਿਆਂਗਾ। ਤੂੰ ਸਿੱਖੀ ਦੇ ਵਰਕੇ ਫਰੋਲੇ ਹੀ ਕਿੱਥੇ ਨੇ? ਤੈਨੂੰ ਕੀ ਪਤਾ ਸਿੱਖੀ? ਮੈਂ ਇੱਕ ਵਾਰ ਬੇਨਤੀ ਕੀਤੀ ਸੀ, ਸਿੱਖ ਉਹ ਨਹੀਂ ਜਿਹੜਾ ਆਪਣੀ ਤਕਲੀਫ ਵਿੱਚ ਤੜਫੇ, ਸਿੱਖ ਉਹ ਹੈ ਜਿਹੜਾ ਹਰ ਇੱਕ ਦੀ ਤਕਲੀਫ ਵਿੱਚ ਤੜਫੇ। ਸਿੱਖ ਉਹਨੂੰ ਨਹੀਂ ਕਹਿੰਦੇ ਜਿਹਨੂੰ ਆਪਣੀ ਪੀੜ ਹੀ ਹੁੰਦੀ ਹੈ। ਸਿੱਖ ਉਹ ਹੈ ਜਿਹੜਾ ਹਰ ਪੀੜ ਵਿੱਚ ਤੜਫੇ। ਜਿਨੇਊ ਕਿਸੇ ਦੇ ਲੈ ਰਿਹਾ ਸਨ ਤੇ ਤੜਫ ਆਨੰਦਪੁਰ ਕੋਈ ਰਿਹਾ ਸੀ। ਪੈਰ ਦੀ ਜੁੱਤੀ ਕਿਸੇ ਨੂੰ ਕਿਹਾ ਜਾ ਰਿਹਾ ਸੀ ਤੇ ਤੜਫ ਕੋਈ ਰਿਹਾ ਸੀ। ਸਾਨੂੰ ਤਕਲੀਫ ਹਮੇਸ਼ਾ ਉਦੋਂ ਦੂਜਿਆਂ ਦੀਆਂ ਪੀੜਾਂ ਨਾਲ ਹੁੰਦੀ ਹੈ। ਗੁਰੂ ਨਾਨਕ ਦੇ ਧੀਓ ਪੁੱਤਰੋ, ਜੇ ਅੱਜ ਦੁਨੀਆ ਦੇ ਅੰਦਰ ਕੋਈ ਤੜਫ ਰਿਹਾ ਹੈ ਤੇ ਸਿੱਖ ਜ਼ੁਬਾਨ ਨਹੀਂ ਖੋਲਣੀ ਚਾਹੁੰਦਾ, ਤੇ ਅੰਦਾਜ਼ਾ ਲਾ ਲਓ ਗੁਰੂ ਨਾਨਕ ਕੋਲ ਆਉਂਦਾ ਜ਼ਰੂਰ ਹੈ, ਪਰ ਗੁਰੂ ਨਾਨਕ ਦੀ ਸਿੱਖੀ ਨਾਲ ਉਦੋਂ ਕੋਈ ਲੈਣਾ ਦੇਣਾ ਨਹੀਂ ਹੈ। ਸਾਡਾ ਇਤਿਹਾਸ ਰੋਲਣਾ ਹੋਇਆ ਨਾ, ਇਹ ਅਸੀਸ ਆਪਣੇ ਬੱਚਿਆਂ ਨੂੰ ਦਿਓ, ਇਹ ਗੁੜਤੀ ਆਪਣੇ ਬੱਚਿਆਂ ਦੇ ਅੰਦਰ ਪਾਓ। ਬੱਚਿਓ, ਕਿਸੇ ਨੂੰ ਤੜਫਾ ਕੇ ਸੁੱਖ ਨਾ ਲਿਓ, ਤੇ ਜੇ ਕਿਸੇ ਨੂੰ ਸੁੱਖ ਦੇਣ ਦੇ ਬਦਲੇ ਆਪ ਤੜਫਣਾ ਪੈ ਜਾਏ, ਤੇ ਇਤਿਹਾਸ ਚੇਤੇ ਰੱਖਿਓ, ਸਦਾ ਤੜਫਦੇ ਰਹੀਏ ਦੂਜਿਆਂ ਨੂੰ ਸੁੱਖ ਦੇਣ ਲਈ, ਔਰ ਤੜਫਦੇ ਰਹਿਣਾ ਚਾਹੀਦਾ। ਗੁਰੂ ਨਾਨਕ ਸਾਹਿਬ ਜੀ ਕਦੀ ਬੇਚੈਨ ਨਹੀਂ ਹੋਏ। ਬਾਬੇ ਨੇ ਬਾਣੀ 'ਚ ਲਿਖਿਆ, ਨਾਨਕ ਭਗਤਾਂ, ਗੱਜ ਕੇ ਬੋਲੋ, ਨਾਨਕ ਭਗਤਾਂ। ਪਰ ਭਾਈ ਗੁਰਦਾਸ ਜੀ ਕਹਿੰਦੇ, ਮੈਂ ਬਾਬੇ ਨਾਨਕ ਨੂੰ ਤੜਫਦਿਆਂ ਵੇਖਿਆ। ਬਾਬਾ ਨਾਨਕ ਕਦੀ ਤਕਲੀਫ ਵਿੱਚ, ਬਾਬਾ ਨਾਨਕ ਜੀ ਆਪ ਕੀ ਕਹਿੰਦੇ ਨੇ,
ਭਗਤ ਵਿਗਾਸ ਵਿੱਚ ਰਹਿੰਦਾ ਸਦਾ। ਇਹਨੂੰ ਜੰਮਣਾ ਕਹਿੰਦੇ ਨੇ। ਜਿੱਦਣ ਇਹ ਜਨਮ ਸਾਡਾ ਹੋ ਗਿਆ ਨਾ, ਉਦਣ ਸਮਝ ਲਿਓ ਅਸੀਂ ਜੰਮੇ ਆ। ਜੇ ਇਹ ਜਨਮ ਸਾਡਾ ਨਹੀਂ ਹੋਇਆ, ਮੇਰੇ ਬਾਬੇ ਦੀ ਬਾਣੀ ਕਹਿੰਦੀ ਹੈ, ਕਰਤੂਤ ਪਸ਼ੂ ਕੀ ਮਾਨਸ ਜਾਤ, ਲੋਕ ਪਚਾਰਾ ਕਰੇ ਦਿਨ ਰਾਤ। ਸਰੀਰ ਹੀ ਬੰਦਿਆਂ ਵਾਲਾ ਮਿਲਿਆ, ਕਰਤੂਤਾਂ ਤੇ ਤੇਰੀਆਂ ਪਸ਼ੂ ਨਾਲੋਂ ਵੀ ਗਈਆਂ ਗੁਜ਼ਰੀਆਂ ਨੇ। ਪਸ਼ੂ ਨੂੰ ਥੋੜੀ ਤਕਲੀਫ ਹੁੰਦੀ ਹੈ ਕਿਸੇ ਦੂਜੇ ਦੀ। ਆ ਵੇਖਦੇ ਨਹੀਂ ਹੋ, ਸਾਡੀਆਂ ਇੱਜ਼ਤਾਂ ਦੂਜੇ ਦੀਆਂ ਇੱਜ਼ਤਾਂ ਨਾਲ ਕਿਸੇ ਨੂੰ ਕੀ ਫਰਕ ਪੈਂਦਾ? ਮਾਂ ਦੁਖੀ ਹੋਵੇ ਧੀ ਤੜਫਦੀ ਹੈ, ਸੱਸ ਦੁਖੀ ਹੋਵੇ ਨਹੁੰ ਤੜਫਦੀ ਹੈ। ਉਹ ਕਹਿੰਦੀ ਇਹਦੇ ਨਾਲ ਕੀ ਰਿਸ਼ਤਾ ਮੇਰਾ? ਧੀ ਦੁਖੀ ਹੋਵੇ ਮਾਂ ਤੜਫਦੀ ਹੈ, ਨਹੁੰ ਦੁਖੀ ਹੋਵੇ ਸੱਸ ਕਿਉਂ ਨਹੀਂ ਤੜਫਦੀ? ਕਿਉਂਕਿ ਅਸੀਂ ਫਿੱਟ ਕਰਤਾ ਵੀ ਇਹ ਦੂਜਾ ਹੈ, ਇਹ ਆਪਣਾ ਨਹੀਂ ਹੈ ਤੇਰਾ। ਜਿਸ ਤੋਂ ਸਵੇਰੇ ਸ਼ਾਮ ਸੁੱਖਾਂ ਦੀ ਉਮੀਦ ਲਾ ਕੇ ਬੈਠੇ ਆ, ਜਿਹਨੇ ਸਵੇਰੇ ਸ਼ਾਮ ਚਾਹ ਪਾਣੀ ਦੇਣਾ ਹੈ, ਜਿਹਨੇ ਇਹ ਪੁੱਛਣਾ ਵੀ ਬੇਬੇ ਤੂੰ ਠੀਕ ਹੈ ਕਿ ਨਹੀਂ ਠੀਕ ਹੈ, ਉਹਦੀ ਤਕਲੀਫ ਸਾਨੂੰ ਤਕਲੀਫ ਨਹੀਂ ਲੱਗਦੀ। ਤੇ ਜੇ ਸਾਨੂੰ ਨਹੀਂ ਲੱਗਦੀ ਤੇ ਪੀੜ੍ਹੀਆਂ ਚ ਅੱਗੇ ਦਰ ਅੱਗੇ ਇਦਾਂ ਹੀ ਚੱਲਣੀ ਹੈ। ਫਿਰ ਕੋਈ ਚੀਜ਼ਾਂ ਕਿਤੇ ਉਹ ਨਹੀਂ ਸਿੱਖਦਾ। ਬੱਚੇ ਪ੍ਰਿੰਸੀਪਲ ਗੰਗਾ ਸਿੰਘ ਜੀ ਸਾਡੀ ਕੌਮ ਦੇ ਮਹਾਨ ਰਾਈਟਰ ਹੋਏ ਨੇ। ਪ੍ਰਿੰਸੀਪਲ ਗੰਗਾ ਸਿੰਘ ਜੀ ਨੂੰ ਕਿਸੇ ਨੇ ਪੁੱਛਿਆ ਵੀ ਬੱਚੇ ਨੂੰ ਸਿੱਖਿਆ ਕਦੋਂ ਦੇਣੀ ਚਾਹੀਦੀ ਹੈ, ਤੇ ਪ੍ਰਿੰਸੀਪਲ ਗੰਗਾ ਸਿੰਘ ਜੀ ਕਹਿੰਦੇ ਜਨਮ ਤੋਂ 1 ਸਾਲ ਪਹਿਲਾਂ। ਸਵਾਲ ਕਰਨ ਵਾਲਾ ਹੈਰਾਨ ਹੋਇਆ ਵੀ ਜਿਹੜਾ ਜੰਮਿਆ ਹੀ ਨਹੀਂ ਅਜੇ ਸਿੱਖਿਆ ਕੀ ਦੇ ਦਾਂਗੇ ਉਹਨੂੰ? ਵੀ ਜਦੋਂ ਤਾਂ ਜਨਮ ਹੀ ਨਹੀਂ ਹੋਇਆ, ਇਹ ਕਿੰਨਾ ਝੱਲਾ ਬੰਦਾ ਹੈ। ਮੈਂ ਇਹਨੂੰ ਪੁੱਛਿਆ ਬੱਚੇ ਨੂੰ ਸਿੱਖਿਆ ਕਦੋਂ ਦੇਣੀ ਹੈ, ਕਹਿੰਦਾ ਜੰਮਣ ਤੋਂ ਸਾਲ ਪਹਿਲਾਂ ਦਿਓ। ਉਹ ਕਹਿੰਦੇ ਜਿਹਦਾ ਜਨਮ ਹੀ ਨਹੀਂ ਹੋਇਆ ਉਹਨੂੰ ਸਿੱਖਿਆ ਕੀ ਦੇ ਲਈਏ? ਤੇ ਪ੍ਰਿੰਸੀਪਲ ਗੰਗਾ ਸਿੰਘ ਜੀ ਕਹਿੰਦੇ ਜਿਹਨੇ ਜਨਮ ਦੇਣਾ ਹੈ ਨਾ ਉਹਨੂੰ ਸਿੱਖਿਆ ਦੇ ਲਓ ਜੰਮਣਾ ਕਿਹੋ ਜਿਹਾ। ਜਿਹਨੇ ਜਨਮ ਦੇਣਾ ਹੈ ਨਾ ਉਹਨੂੰ ਦੱਸੋ। ਬੱਚਿਆਂ ਦਾ ਮਾਂ ਨਾਲ ਪਿਆਰ ਬਾਪ ਨਾਲੋਂ ਜ਼ਿਆਦਾ ਕਿਉਂ ਹੁੰਦਾ ਹੈ? ਕਈ ਵਾਰ ਸਾਨੂੰ ਨਾ ਆਮ ਕਰਕੇ ਕਈ ਵਾਰ ਅਸੀਂ ਇੱਦਾਂ ਜੈਲਸ ਵੀ ਫੀਲ ਕਰਨ ਲੱਗ ਪੈਂਦੇ ਆ ਵੀ ਬੱਚਾ ਮਾਂ ਨਾਲ ਜ਼ਿਆਦਾ ਕਰਦਾ। ਵੈਸੇ ਕਈ ਜ਼ਿਆਦਾ ਕਰਦੇ ਨੇ ਬੱਚੇ, ਕਿਉਂਕਿ ਮਾਂ ਵਕਤ ਵੱਧ ਦਿੰਦੀ ਹੈ ਬੱਚੇ ਨੂੰ ਬਾਪ ਨਾਲੋਂ। ਮਾਂ ਦੀਆਂ ਫੀਲਿੰਗਸ, ਮਾਂ ਨੇ, ਗੁਰੂ ਸਾਹਿਬ ਜੀ ਨੇ ਬਾਣੀ ਦੇ ਅੰਦਰ ਬਾਪ ਨੂੰ ਇੰਨਾ ਜ਼ਿੰਮੇਵਾਰ ਨਹੀਂ ਮੰਨਿਆ। ਹੁਣ ਕੋਈ ਏਦਾਂ ਕਹਿ ਸਕਦਾ ਵੀ ਬਾਪ ਦੀ ਵੀ ਹਾਂ ਹੁੰਦੀ ਹੈ, ਮਾਪਿਆਂ ਦੀ ਜ਼ਿੰਮੇਵਾਰੀ, ਮਾਪਿਆਂ ਮਤਲਬ ਮਾਂ ਬਾਪ ਦੀ ਹੁੰਦੀ ਹੈ, ਪਰ ਮਾਂ ਦੀ ਜ਼ਿਆਦਾ ਜ਼ਿੰਮੇਵਾਰੀ ਹੁੰਦੀ ਹੈ। ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੇ ਕਿਹਾ ਜਦੋਂ ਮਾਂ ਨੇ ਬੱਚੇ ਨੂੰ ਜਨਮ ਦੇਣਾ ਹੈ ਨਾ ਤਾਂ ਮਾਂ ਦੀ ਜ਼ਿਆਦਾ ਜ਼ਿੰਮੇਵਾਰੀ ਬਣ ਜਾਂਦੀ ਹੈ। ਔਰ ਮਾਂ ਨੇ ਬੱਚੇ ਨੂੰ ਹਰ ਵੇਲੇ ਹਰ ਘੜੀ ਹਰ ਪਾਲਾ ਸੀਸ ਦੇਣੀ ਹੈ ਤੇ ਉਹਨੇ ਉਹਦੀ ਪਰਵਰਿਸ਼ ਕਰਨੀ ਹੈ ਉਸ ਤਰ੍ਹਾਂ ਦੀ। ਤੇ ਜਿਹੜੀਆਂ ਮਾਵਾਂ ਬੱਚਿਆਂ ਨੂੰ ਲੋਰੀਆਂ ਮੋਬਾਈਲ ਤੋਂ ਸੁਣਾਉਂਦੀਆਂ ਨੇ ਨਾ, ਮਾਫ ਕਰਿਓ, ਇਹ ਨਾ ਸੋਚਣ ਵੀ ਵੱਡੇ ਹੋ ਕੇ ਉਹ ਮਾਂ ਦੇ ਗੋਡੇ ਲਾ ਕੇ ਬੈਠਣਗੇ, ਬਹਿਣਾ ਉਹਨਾਂ ਵੀ ਉਸੇ ਮੋਬਾਈਲ ਕੋਲ ਹੀ ਆ। ਚਿੱਤੇ ਰੱਖਿਓ। ਉਹਦੀ ਫੀਲਿੰਗ ਬੱਚੇ ਦੀ ਮਾਂ ਨਾਲ ਕਿਉਂ ਜ਼ਿਆਦਾ ਹੁੰਦੀ ਹੈ? ਕਿਉਂਕਿ ਉਹ ਵਕਤ ਜ਼ਿਆਦਾ ਦਿੰਦੀ ਹੈ। ਰਾਤ ਨੂੰ ਬੱਚਾ ਰੋਂਦਾ ਹੈ, ਬਾਪ ਵੀ ਉੱਥੇ ਹੁੰਦਾ ਹੈ ਤੇ ਮਾਂ ਵੀ ਉੱਥੇ ਹੁੰਦੀ ਹੈ, ਪਰ ਕੌਣ ਉੱਠਦਾ ਹੈ? ਮਾਂ ਉੱਠਦੀ ਹੈ ਪਹਿਲਾਂ। ਪਿਤਾ ਨੂੰ ਕਈ ਵਾਰ ਪਤਾ ਵੀ ਨਹੀਂ ਹੁੰਦਾ, ਉਹ ਕਈ ਵਾਰ ਸਵੇਰੇ ਦੱਸਦੀ ਹੈ ਮਾਤਾ ਵੀ ਇਹ ਸਾਰੀ ਰਾਤ ਸੁੱਤਾ ਨਹੀਂ, ਛੋਟਾ ਜਿਹਾ ਬੱਚਾ। ਵਕਤ ਦਿਓਗੇ ਤੇ ਵਕਤ ਮਿਲੇਗਾ, ਜੇ ਵਕਤ ਨਹੀਂ ਦਿਓਗੇ ਤੇ ਵਕਤ ਨਹੀਂ ਮਿਲੇਗਾ। ਸਮਾਜ ਦੀ ਦੌੜ ਵਿੱਚ ਇੰਨੇ ਨਾ ਮਸਤ ਹੋ ਜਾਈਏ ਵੀ ਬੱਚਿਆਂ ਨੂੰ ਟਾਈਮ ਦੇਣਾ ਭੁੱਲ ਜਾਈਏ। ਬੱਚਿਆਂ ਨੂੰ ਟਾਈਮ ਦਿਓ, ਕੁਛ ਨਹੀਂ ਚਾਹੀਦਾ ਤੁਹਾਡੇ ਕੋਲੋਂ ਬੱਚਿਆਂ ਨੂੰ। ਅੱਜ ਦੇ ਯੁੱਗ ਵਿੱਚ ਬੱਚਿਆਂ ਨੂੰ ਟਾਈਮ ਚਾਹੀਦਾ ਤੇ ਅਸੀਂ ਕਹਿੰਦੇ ਆ ਬੱਚਿਆਂ ਨੂੰ ਟਾਈਮ ਨਹੀਂ ਸਹੂਲਤਾਂ ਦੇਵਾਂਗੇ। ਬਸ ਫਿਰ ਸਹੂਲਤਾਂ ਹੀ ਬੱਚੇ ਦੇਣਗੇ ਤੁਹਾਨੂੰ, ਇਹ ਚੇਤਾ ਰੱਖਿਓ। ਸਹੂਲਤਾਂ ਹੀ ਮਿਲਣਗੀਆਂ। ਫਿਰ ਬੱਚੇ ਰੱਖ ਦੇਣਗੇ 2-4 10 ਹਜ਼ਾਰ ਤੇ ਕੰਮ ਕਰਨ ਵਾਲੀ ਬਾਈ ਵੀ ਸਾਡੀ ਮਾਤਾ ਦਾ ਧਿਆਨ ਰੱਖ ਲਿਓ। ਜੇ ਤੁਸੀਂ ਇਹ ਸੋਚਦੇ ਹੋ ਵੀ ਬਜ਼ੁਰਗੀ ਵਿੱਚ ਮਾਂ ਦੇ ਕੋਲ ਬੱਚਾ, ਜਿਹੜਾ ਦੁੱਖ ਬੱਚੇ ਨੇ ਵੰਡਾ ਲੈਣਾ ਹੈ ਨਾ, ਮੈਂ ਬੜੀ ਵਾਰ ਕਹਿੰਦਾ ਹੁੰਦਾ ਬੱਚਿਆਂ ਨੇ ਮਾਂ ਕੋਲ ਬਹਿਣ ਨਾਲ ਜਿੰਨਾ ਦੁੱਖ ਘਟਦਾ ਉਹਨਾਂ ਦਵਾਈਆਂ ਖਾਣ ਨਾਲ ਦੁੱਖ ਨਹੀਂ ਘਟਦਾ। ਤੇ ਅਸੀਂ ਸਮਾਜ ਨੂੰ ਸਿਖਾ ਏਦਾਂ ਦਿੱਤਾ ਹੈ, ਅਸੀਂ ਟ੍ਰੇਨਿੰਗ ਏਦਾਂ ਦੀ ਕਰਾਤੀ ਹੈ, ਅਸੀਂ ਐਡਵਾਂਸ ਇੰਨੇ ਹੋ ਗਏ ਆ, ਅਸੀਂ ਬਿਰਧ ਆਸ਼ਰਮ ਬਣਾਉਣ ਲੱਗ ਪਏ ਆ। ਫਿਰ ਚੇਤਾ ਰੱਖੋ, ਮੈਂ ਕਿਹਾ ਸੀ ਇੱਕ ਵਾਰ
ਬੱਚੇ ਹੋਸਟਲਾਂ 'ਚ ਪੜ੍ਹਨਗੇ ਤੇ ਮਾਪੇ ਬਿਰਧ ਆਸ਼ਰਮਾਂ ਵਿੱਚ ਰਹਿਣੇ ਹੀ ਰਹਿਣ। ਉਹ ਕਈ ਵਾਰ ਤੇ ਬੱਚਿਆਂ ਨੂੰ ਦੱਸਣਾ ਪੈਂਦਾ ਵੀ ਇਹ ਦਾਦੀ ਹੈ ਤੇਰੀ, ਪਤਾ ਹੀ ਨਹੀਂ ਹੁੰਦਾ ਉਹਨਾਂ ਨੂੰ। ਤੇ ਅੱਜ ਪੜ੍ਹੇ ਲਿਖੇ ਸਮਾਜ ਦੇ ਵਿੱਚ ਨਾ ਬੱਚਿਆਂ ਨੂੰ ਦਾਦੀ ਤੇ ਦਾਦੇ ਤੋਂ ਦੂਰ ਰੱਖਣ ਦੀ ਕਵਾਇਤ ਚੱਲ ਪਈ ਹੈ। ਅਸੀਂ ਕਹਿੰਦੇ ਆ ਵੀ ਇਹਨਾਂ ਤੋਂ ਥੋੜਾ ਜਿਹਾ ਦੂਰ ਰੱਖੋ। ਮੋਬਾਈਲ ਦੇ ਲਾਗੇ ਤੇ ਬੱਚਾ ਬਿਠਾ ਸਕਦੇ ਆ, ਦਾਦੀ ਲਾਗੇ ਨਹੀਂ ਬਿਠਾ ਸਕਦੇ। ਤੇ ਮੈਂ ਬੜੀ ਵਾਰ ਕਹਿੰਦਾ ਹੁੰਨਾ, ਦਾਦੇ ਤੇ ਦਾਦੀਆਂ ਫ੍ਰੀ 'ਚ ਉਹ ਯੂਨੀਵਰਸਿਟੀਆਂ ਨੇ ਤੁਹਾਡੇ ਘਰ ਵਿੱਚ, ਉਹ ਵਿਦਿਆਲੇ ਨੇ ਜੋ ਤੁਸੀਂ ਬੱਚਿਆਂ ਨੂੰ ਮਹਿੰਗੇ ਸਕੂਲਾਂ 'ਚ ਖੜ ਕੇ ਨਹੀਂ ਨਾ ਦਵਾ ਸਕਣਾ, ਉਹ ਦਾਦੀ ਨੇ ਦੇਣਾ ਹੈ। ਜੋ ਤੁਸੀਂ ਲੱਖਾਂ ਫੀਸ ਤਾਰ ਕੇ ਨਹੀਂ ਨਾ ਦੇ ਸਕਣਾ ਆਪਣੇ ਪੁੱਤਾਂ ਧੀਆਂ ਨੂੰ, ਉਹ ਤੁਹਾਡੇ ਪੁੱਤਾਂ ਧੀਆਂ ਨੂੰ ਦਾਦੇ ਤੇ ਦਾਦੀ ਨੇ ਦੇਣਾ ਹੈ। ਅਸੀਂ ਠੀਕ ਹੈ ਰੀਸ ਤਾਂ ਕਈ ਵਾਰ ਬਾਹਰਲੇ ਮੁਲਕਾਂ ਦੀ ਕਰਨ ਲੱਗ ਪੈਂਦੇ ਆ, ਪਰ ਤੁਸੀਂ ਚੇਤਾ ਰੱਖਿਓ, ਬੱਚੇ ਬਹੁਤੇ ਮਾਂ-ਬਾਪ ਬੱਚਿਆਂ ਨੂੰ ਆਪਣੇ ਕੋਲ ਰੱਖ ਕੇ ਪੜ੍ਹਾਉਣਾ ਕਿਉਂ ਨਹੀਂ ਚਾਹੁੰਦੇ? ਉਹ ਕਹਿੰਦੇ ਆ ਵੀ ਇਹਨਾਂ ਦੀਆਂ ਜ਼ਿੰਮੇਵਾਰੀਆਂ ਨਹੀਂ ਚੁੱਕੀਆਂ ਜਾਂਦੀਆਂ। ਨਹੀਂ ਭਾਈ, ਜ਼ਿੰਮੇਵਾਰੀਆਂ ਚੁੱਕੋ ਜੇ ਕੱਲ੍ਹ ਨੂੰ ਆਪਣੀਆਂ ਜ਼ਿੰਮੇਵਾਰੀਆਂ ਇਹਨਾਂ ਤੋਂ ਚੁਕਾਉਣੀਆਂ ਨੇ ਤਾਂ ਹੀ ਚੱਲਣਾ, ਫਿਰ ਨਹੀਂ ਤੇ ਆਪਾਂ ਬੇਨਤੀ ਕਰ ਰਹੇ ਸਾਂ, ਇਹ ਅਸੀਸ ਦਿਓ ਬੱਚਿਆਂ ਨੂੰ। ਹਾਂ, ਜੇ ਕੋਈ ਸਮੱਸਿਆ, ਇਹ ਨਹੀਂ ਵੀ ਇਹ ਕੋਈ ਮੈਂ ਕਹਿਤਾ ਤੇ ਇਹ ਕੋਈ ਪੱਥਰ ਤੇ ਲੀਕ ਹੋ ਗਈ ਵੀ ਇਦਾਂ, ਜੇ ਕਿਸੇ ਦੀ ਕੋਈ ਸਮੱਸਿਆ ਹੈ, ਕੋਈ ਜ਼ਿੰਮੇਵਾਰੀ ਕਿਤੇ ਹੋਰ ਲੱਗੀ ਹੈ, ਤੇ ਕੋਈ ਗੱਲ ਨਹੀਂ, ਬੱਚਿਆਂ ਨੂੰ ਕਿਤੇ ਛੱਡਿਆ ਵੀ ਜਾ ਸਕਦਾ ਹੈ। ਪਰ ਇਸ ਕਰਕੇ ਨਾ ਬੱਚੇ ਆਪਣੇ ਤੋਂ ਦੂਰ ਕਰੋ ਵੀ ਇਹਨਾਂ ਨਾਲ ਸਿਰ ਖਪਾਈ ਕੌਣ ਕਰੇ, ਇਹਨਾਂ ਦੀਆਂ ਜ਼ਿੰਮੇਵਾਰੀਆਂ ਕੌਣ ਨਿਭਾਵੇ, ਇਹਨਾਂ ਨਾਲ ਇਹਨਾਂ ਸਿਰ ਖਪਾਈ ਕਰਨ ਵਾਲਾ ਕੰਮ ਸਾਡੇ ਤੋਂ ਨਹੀਂ ਹੁੰਦਾ। ਬਾਪ ਘਰ ਸ਼ਾਮ ਜਦੋਂ ਆਫਿਸ ਵਿੱਚੋਂ ਬਾਪੂ ਘਰ ਆਵੇ ਨਾ, ਪਿਤਾ, ਤੇ ਉਹ ਘਰ ਆਣ ਕੇ ਆਫਿਸ ਵੀ ਨਾਲ ਹੀ ਚੁੱਕ ਲਿਆਉਂਦਾ। ਅੱਜ ਦੇ ਬਾਪੂ ਨਾ, ਪਿਤਾ, ਉਹ ਆਫਿਸ ਵਿੱਚ ਤੇ ਆਫਿਸ ਦਾ ਹੁੰਦਾ ਹੀ ਹੁੰਦਾ, ਉਹ ਘਰ ਵੀ ਆਫਿਸ ਹੀ ਲੈ ਆਉਂਦਾ ਨਾਲ ਹੀ। ਤੇ ਜਵਾਕ ਭੱਜ ਕੇ ਬਾਪੂ ਦੇ ਗਲ ਲੱਗਦੇ ਨੇ, ਪਿਤਾ ਜੀ ਆਏ ਨੇ, ਤੇ ਪਿਤਾ ਜੀ ਕਹਿੰਦੇ ਨਾ ਪੁੱਤ, ਮੈਨੂੰ 2 ਘੰਟੇ ਲਾ ਲੈਣ ਦੇ, ਅਜੇ ਰਹਿੰਦਾ ਕੰਮ ਮੇਰਾ। ਤੇ ਕੋਈ ਨਹੀਂ, ਫਿਰ ਬਾਪੂ ਚੇਤਾ ਰੱਖੀ, ਜਿੱਦਣ ਤੂੰ ਕਹਿਣਾ ਨਾ ਆਪਣੇ ਬੱਚਿਆਂ ਨੂੰ 2 ਘੰਟੇ ਲਾ ਜਾਓ ਮੇਰੇ ਕੋਲ ਆਣ ਕੇ, ਉਦਣ ਤੇਰੇ ਬੱਚਿਆਂ ਨੇ ਕਹਿਣਾ ਬਾਪੂ ਕੰਮ ਦੱਸ ਕੀ ਹੈ ਤੇਰਾ, ਮੈਨੂੰ ਇੱਥੇ ਆਫਿਸ ਵਿੱਚ ਬੜੇ ਕੰਮ ਨੇ। ਦੱਦੇ ਦੋਸ਼ ਨਾ ਦੇਉ ਕਿਸੇ ਦੋਸ਼ ਕਰਮਾ ਆਪਣੇ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਕਿਸੇ ਦੂਜੇ ਨੂੰ। ਕਾਹਦਾ ਦੋਸ਼ ਹੈ? ਤੇ ਮਤਾ ਸੋਚੋ, ਬੱਚਿਆਂ ਨੂੰ ਚੇਤਾ ਨਹੀਂ ਰਹਿੰਦਾ, ਸਾਨੂੰ ਭੁੱਲ ਜਾਂਦਾ, ਬੱਚਿਆਂ ਨੂੰ ਨਹੀਂ ਭੁੱਲਦਾ। ਬੱਚੇ ਨੇ ਮਾਂ ਨਾਲ ਇੰਨੀ ਨੇੜਤਾ ਕਿਉਂ ਵਿਖਾਉਂਦਾ? ਕਿਉਂਕਿ ਉਹ ਵਕਤ ਵੱਧ ਦਿੰਦੀ ਹੈ ਬੱਚੇ ਨੂੰ। ਉਹਦੀਆਂ ਆਂਦਰਾਂ ਕਦੀ ਕਿਸੇ ਨੇ ਕਿਹਾ ਪਿਓ ਦੀਆਂ ਆਂਦਰਾਂ ਸਾਂਝੀਆਂ ਹੁੰਦੀਆਂ ਨੇ ਬੱਚੇ ਨਾਲ, ਮਾਂ ਦੀਆਂ ਆਂਦਰਾਂ ਸਾਂਝੀਆਂ ਹੁੰਦੀਆਂ ਨੇ। ਤੇ ਬਾਣੀ 'ਚ ਬੜਾ ਪਿਆਰਾ ਵਾਕ ਮਹਾਰਾਜ ਸੱਚੇ ਪਾਤਸ਼ਾਹ ਜੀ ਵਰਤੇ, ਕਹਿੰਦੇ ਚੰਚਲ ਮਤ ਬਾਲਕ ਬਪੁਰੇ ਕੀ, ਸਰਪ ਅਗਨ ਕਰ ਮਿਲੈ। ਬੱਚਾ ਚੰਚਲ ਹੁੰਦਾ, ਉਹਨੂੰ ਪਤਾ ਨਹੀਂ ਹੁੰਦਾ, ਕਈ ਵਾਰ ਉਹ ਉਸ ਘਰ ਵਿੱਚ ਕੀੜੇ ਨੂੰ ਵੀ ਹੱਥ ਪਾ ਲੈਂਦਾ ਹੈ, ਉਹ ਅੱਗ ਨੂੰ ਵੀ ਹੱਥ ਪਾ ਲੈਂਦਾ ਹੈ, ਪਰ ਮਾਂ 24 ਘੰਟੇ ਧਿਆਨ ਰੱਖਦੀ ਹੈ ਉਹਦਾ, ਨਾ ਉਹਨੂੰ ਕੀੜੇ ਮਕੌੜੇ ਨੂੰ ਹੱਥ ਪਾਉਣ ਦਿੰਦੀ ਹੈ ਤੇ ਨਾ ਉਸ ਬੱਚੇ ਨੂੰ ਉਹ ਅੱਗ ਨੂੰ ਹੱਥ ਪਾਉਣ ਦਿੰਦੀ ਹੈ। ਤੇ ਜੇ ਮਾਵਾਂ ਏਦਾਂ ਬੱਚਿਆਂ ਨੂੰ ਅਸੀਸ ਦਿੰਦੀਆਂ ਰਹਿੰਦੀਆਂ ਨੇ, ਤੇ ਇੱਕ ਵਕਤ ਆਉਂਦਾ ਹੈ ਜਦੋਂ ਮਾਂ-ਬਾਪ ਦੇ ਉਹ ਤਕਲੀਫ ਵਿੱਚ ਹੋਣ ਤੇ ਬੱਚੇ ਚਰਨਾਂ 'ਚ ਹਾਜ਼ਰ ਹੋ ਜਾਂਦੇ ਨੇ, ਛੱਡ ਦਿੰਦੇ ਨੇ ਸਾਰਾ ਕੁਝ। ਤੇ ਅੱਜ ਤੁਸੀਂ ਵੇਖਿਓ ਜਾ ਕੇ, ਮੈਂ ਕਹਿੰਦਾ ਹੁਣ ਤੀਰਥਾਂ ਤੇ ਜਾਂਦੇ ਜਾਂਦੇ ਨਾ ਕਦੀ ਬਿਰਧ ਆਸ਼ਰਮਾਂ 'ਚ ਗੇੜੇ ਲਾ ਕੇ ਆਇਆ ਕਰੋ। ਜੇ ਤੁਸੀਂ ਜ਼ਿੰਦਗੀ ਦਾ ਤੱਤ ਵੇਖਣਾ ਹੈ ਨਾ, ਅੰਮ੍ਰਿਤਸਰ ਜਾਂਦੇ ਹੋ ਨਾ, ਕਦੀ ਬਿਰਧ ਆਸ਼ਰਮ ਜਾ ਕੇ ਆਇਆ ਕਰੋ। ਦਰਬਾਰ ਸਾਹਿਬ ਮੱਥਾ ਟੇਕਣ ਤੋਂ ਬਾਅਦ ਇੱਕ ਵਾਰ ਅੰਮ੍ਰਿਤਸਰ, ਤਰਨ ਤਾਰਨ ਬਿਰਧ ਆਸ਼ਰਮਾਂ 'ਚ ਗੇੜੇ ਲਾ ਕੇ ਆਇਓ। ਤੁਹਾਨੂੰ ਪਤਾ ਲੱਗੂ ਜਿਹੜੇ ਮਾਪੇ ਉਹਨਾਂ ਬਿਰਧ ਆਸ਼ਰਮਾਂ 'ਚ ਬੈਠੇ ਨੇ ਨਾ, ਉਹਨਾਂ ਦੇ ਬੱਚੇ, ਉਹਨਾਂ ਦੀ ਔਲਾਦ ਅਰਬਾਂ ਖਰਬਾਂ ਪਤੀ ਨੇ, ਤੇ ਹਰ ਮਹੀਨੇ ਉਹ ਬਿਰਧ ਆਸ਼ਰਮ 'ਚ ਆਣ ਕੇ ਮਾਂ-ਬਾਪ ਦੀ ਸੇਵਾ ਸੰਭਾਲ ਕਰਨ ਦਾ ਮੁੱਲ ਤਾਰ ਜਾਂਦੇ ਨੇ। ਤੁਸੀਂ ਹੋਸਟਲ 'ਚ ਤਾਰਦੇ ਹੋ, ਫਿਰ ਬਿਰਧ ਆਸ਼ਰਮਾਂ 'ਚ ਤਾਰਦੇ ਨੇ, ਤਾਂ ਹੀ ਚੱਲਦਾ। ਫਿਰ ਪੂਤਾ ਮਾਤਾ ਕੀ ਅਸੀਸ, ਨਿਮਕ ਨਾ ਵਿਸਰੋ ਤੁਮ ਕੋ ਹਰ ਹਰ। ਨਿਮਕ ਇੱਕ ਮਿੰਟ ਵੀ ਨਾ ਭੁੱਲੇ। ਨਿਮਕ ਦਾ ਅਰਥ ਹੁੰਦਾ ਹੈ ਅੱਖ ਝਮਕਣਾ। ਅੱਖ ਝਮਕਣ ਨਾਲ ਵੀ ਰੱਬ ਨਹੀਂ ਭੁੱਲਣਾ ਚਾਹੀਦਾ ਸਾਨੂੰ। ਇਹ ਸ਼ਬਦ ਦੀ ਟੇਕ ਹੈ ਇਹਦੀ।
ਰੱਬ ਨਾ ਭੁੱਲਣਾ ਕੀ ਹੁੰਦਾ ਹੈ? ਪਰਮਾਤਮਾ ਨਾ ਭੁੱਲਣਾ ਕੀ ਹੁੰਦਾ ਹੈ? ਇਦਾਂ ਨਹੀਂ ਰੱਬ ਯਾਦ ਕੀਤਾ ਜਾਂਦਾ ਵੀ ਮੈਂ ਰੱਬ ਕੋਲ ਗਿਆ, ਮੈਂ ਗੁਰਦੁਆਰੇ ਗਿਆ, ਮੈਂ ਮੰਦਿਰ ਗਿਆ, ਮੈਂ ਮਸਜਿਦ ਗਿਆ, ਮੈਂ ਰੱਬ ਨੂੰ ਯਾਦ ਕਰ ਆਇਆ। ਰੱਬ ਦੇ ਅਸੂਲ ਯਾਦ ਕਰਨੇ ਹੁੰਦੇ ਨੇ, ਰੱਬ ਦਾ ਸੰਵਿਧਾਨ ਯਾਦ ਕਰਨਾ ਹੁੰਦਾ ਹੈ। ਲਾਲ ਬੱਤੀ ਤੇ ਰੁਕਣਾ, ਇਹ ਯਾਦ ਕਰਨ ਦੀ ਲੋੜ ਹੈ। ਇਹ ਨਹੀਂ ਯਾਦ ਕਰਨ ਦੀ ਲੋੜ ਵੀ ਲਾਲ ਬੱਤੀ ਤੇ ਰੁਕੀਦਾ ਹੁੰਦਾ, ਰੁਕਣਾ ਪੈਂਦਾ ਹੈ ਨਾ। ਜਿਹੜਾ ਬੰਦਾ ਇਹ ਲਾਲ ਬੱਤੀ ਤੋਂ ਲੰਘ ਜਾਏ ਉਹਦਾ ਚਲਾਨ ਹੋਣਾ ਹੀ ਹੋਣਾ ਹੈ, ਭਾਵੇਂ ਉਹ ਕਹੇ ਵੀ ਮੈਨੂੰ ਪਤਾ ਹੈ ਲਾਲ ਬੱਤੀ ਤੇ ਰੁਕੀਦਾ। ਅਗਲਾ ਕਹਿੰਦਾ ਜੇ ਪਤਾ ਫਿਰ ਰੁਕਿਆ ਕਿਉਂ ਨਹੀਂ ਤੂੰ? ਤੇਰੀ ਜਾਣਕਾਰੀ ਤੋਂ ਕੀ ਲੈਣਾ ਭਾਈ? ਤੂੰ ਰੁਕਣਾ ਚਾਹੀਦਾ ਸੀ ਤੈਨੂੰ ਉੱਥੇ। ਗੁਰੂ ਕੋਲ ਆਣ ਕੇ ਗੁਰੂ ਨੂੰ ਯਾਦ ਕਰਨਾ। ਬਾਬੇ ਨੇ ਬਾਣੀ 'ਚ ਲਿਖਿਆ, ਪਰਮੇਸ਼ਰ ਦੇ ਭੁੱਲਿਆਂ ਵਿਆਪਣ ਸਭੇ ਰੋਕ। ਬਾਣੀ 'ਚ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਲਿਖਿਆ, ਜਿਹੜਾ ਰੱਬ ਨੂੰ ਭੁੱਲ ਜਾਂਦਾ ਹੈ ਨਾ, ਹਰ ਬਿਸਰਤ ਸਦਾ ਖੁਆਰੀ ਹੁੰਦਾ ਹੈ। ਤਾਂ ਕੋ ਧੋਖਾ ਕਹਾਂ ਵਿਆਪੈ, ਜਾ ਕੋ ਓਟ ਤੁਹਾਰੀ। ਜਿਹਨੂੰ ਤੇਰੀ ਓਟ ਹੁੰਦੀ ਉਹਨੂੰ ਕਾਹਦਾ ਧੋਖਾ ਹੈ? ਉਹ ਕਦੀ ਦੁਖੀ ਨਹੀਂ ਹੋਏਗਾ। ਤੇ ਮਹਾਰਾਜ ਇਹ ਕਿਹਦੇ ਰਾਹੀਂ ਵੇਖੀ ਜਾ ਸਕਦੀ ਹੈ? ਤੇਰੀ ਓਟ ਕਿਹਦੇ ਰਾਹੀਂ ਵੇਖੀ ਜਾ ਸਕਦੀ ਹੈ? ਤੇ ਜਿੱਦਣ ਬੱਚੇ ਹੋਣ ਉਦਣ ਮਾਪਿਆਂ 'ਚ ਰੱਬ ਵੇਖੀਏ, ਬੱਚਿਆਂ 'ਚ ਰੱਬ ਵੇਖੀਏ। ਬੱਚਿਆਂ 'ਚ ਰੱਬ ਵੇਖੋ, ਛੋਟੇ ਛੋਟੇ ਬੱਚਿਆਂ 'ਚ ਰੱਬ ਵੇਖੋ। ਬੱਚਿਆਂ ਨੂੰ ਰੱਬ ਵਾਂਗ ਪਿਆਰ ਕਰੋ, ਬੱਚਿਆਂ ਨਾਲ ਰੱਬ ਵਾਂਗ ਲਾਡ ਕਰੋ, ਬੱਚਿਆਂ ਨੂੰ ਰੱਬ ਵਾਂਗ ਪਿਆਰ ਕਰੋ। ਜਿੱਦਣ ਬੱਚੇ ਜਵਾਨ ਹੋ ਜਾਣਗੇ, ਤੁਸੀਂ ਬਜ਼ੁਰਗ ਹੋ ਜਾਣਾ, ਤੇ ਬੱਚਿਆਂ ਨੇ ਫਿਰ ਤੁਹਾਡੇ ਨਾਲ ਵੀ ਰੱਬ ਵਾਂਗ ਹੀ ਪਿਆਰ ਕਰਨਾ। ਐਂ ਹੀ ਹੋਣਾ। ਫਿਰ ਅੱਜ ਤੁਸੀਂ ਫਾਰਮੈਲਿਟੀਆਂ ਕਰੋਗੇ, ਕੱਲ ਨੂੰ ਬੱਚੇ ਫਾਰਮੈਲਿਟੀਆਂ ਕਰਨਗੇ। ਤੇ ਬੰਦਾ ਸਿੰਘ ਬਹਾਦਰ ਨੇ ਬੱਚੇ ਦੀ ਜਾਨ ਤਾਂ ਦੇਤੀ, ਪਰ ਫਾਰਮੈਲਿਟੀਜ਼ ਨਹੀਂ ਪਿਆ। ਉਹਨੇ ਕਿਹਾ ਜੇ ਸਿੱਖ ਹਾਂ ਤੇ ਗੁਰੂ ਦਾ ਸਿੱਖ ਹਾਂ, ਬੇਸ਼ੱਕ ਮੇਰੇ ਬੱਚੇ ਨੂੰ ਤੁਸੀਂ ਜੋ ਕਰਨਾ ਹੀ ਕਰ ਦਿਓ। ਅਸੂਲ ਵੱਡੇ ਨੇ, ਗੁਰੂ ਦਾ ਸਿਧਾਂਤ ਵੱਡਾ ਹੈ, ਗੁਰੂ ਦੇ ਖਿਆਲਾਤ ਵੱਡੇ ਨੇ, ਗੁਰੂ ਸਾਹਿਬ ਜੀ ਦੀ ਵਿਚਾਰਧਾਰਾ। ਤੇ ਮੈਂ ਸ਼ੁਰੂ 'ਚ ਬੇਨਤੀ ਕੀਤੀ ਸੀ, ਬਦਲਣਾ ਕੀ ਹੈ? ਸਾਡਾ ਖਿਆਲਾਤ ਬਦਲਨੇ ਨੇ। ਸਹੂਲਤਾਂ ਬਾਰੇ ਨਾ ਦੱਸੋ ਬੱਚਿਆਂ ਨੂੰ। ਅੱਜ ਕੀ ਹੈ? ਅੱਜ ਟ੍ਰੇਨਿੰਗਾਂ, ਅੱਜ ਪੜ੍ਹਾਈਆਂ, ਅੱਜ ਲਿਖਾਈਆਂ ਸਹੂਲਤਾਂ ਤੇ ਹੋ ਰਹੀਆਂ ਨੇ। ਅਸੀਂ ਬੱਚਿਆਂ ਨੂੰ ਕਹਿੰਦੇ ਆ ਵੀ ਇਹਨਾਂ ਨੂੰ ਵੱਧ ਤੋਂ ਵੱਧ ਸਹੂਲਤ ਦਿੱਤੀ ਜਾਏ। ਨਹੀਂ ਭਾਈ, ਸਹੂਲਤਾਂ ਤੇ ਸਾਡੇ ਕੋਲ ਭਾਵੇਂ ਥੋੜੀਆਂ ਵੀ ਹੋਣ, ਕੋਈ ਗੱਲ ਨਹੀਂ। ਅਸੀਂ ਘੱਟ ਸਹੂਲਤਾਂ ਵਿੱਚ ਵੀ, ਕਬੀਰ ਸੰਤਨ ਕੀ ਝੁੱਗੀਆਂ ਭਲੀ, ਪੱਟ ਕੁਸੱਤੀ ਗਾਉ। ਸਾਡੇ ਕੋਲ ਸਹੂਲਤ ਘੱਟ ਵੀ ਹੋਏਗੀ, ਬੱਚਿਆਂ ਨੂੰ ਅਕਲ ਚੰਗੀ ਦੇ ਦਿਓ, ਉਹਨਾਂ ਨੇ ਘੱਟ ਸਹੂਲਤ ਵਿੱਚ ਵੀ ਸੁੱਖ ਮਾਣ ਲੈਣੇ ਨੇ। ਤੇ ਜਿਹਦੇ ਕੋਲ ਸਹੂਲਤਾਂ ਹੋਈਆਂ, ਉਹਨਾਂ ਕੋਲ ਅਕਲ ਨਾ ਹੋਈ, ਤੇ ਫਿਰ ਸੁੱਖ ਨਹੀਂ ਮਾਣੇ ਜਾਣੇ। ਔਰੰਗਜ਼ੇਬ ਤੇ ਕਲਗੀਆਂ ਵਾਲਾ, ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਤੇ ਔਰੰਗਜ਼ੇਬ ਦੋਵਾਂ ਨੂੰ ਜਦੋਂ ਤੁਸੀਂ ਇਤਿਹਾਸ ਦੀ ਕਸਵੱਟੀ ਵਿੱਚੋਂ ਪਰਖੋਗੇ, ਤੇ ਸਹੂਲਤਾਂ ਜ਼ਿਆਦਾ ਕਿਹਦੇ ਕੋਲ ਨੇ ਭਲਾ? ਬੋਲੋ ਗੱਜ ਕੇ, ਕਿਹਦੇ ਕੋਲ ਨੇ? ਔਰੰਗਜ਼ੇਬ ਕੋਲ। ਪਰ ਜਿਹੜਾ ਸੁੱਖ ਕਲਗੀਆਂ ਵਾਲੇ ਕੋਲ ਹੈਗਾ, ਹੈਗਾ ਔਰੰਗਜ਼ੇਬ ਕੋਲ। ਤੇ ਅੱਜ ਹਰ ਕਾਲਜ, ਯੂਨੀਵਰਸਿਟੀ, ਇੰਸਟੀਚਿਊਟ, ਅਦਾਰਾ ਸਹੂਲਤਾਂ ਦੀ ਸਟੱਡੀ ਕਰਾ ਰਿਹਾ ਹੈ ਕਿ ਸੁੱਖ ਦੀ ਸਟੱਡੀ ਕਰਾ ਰਿਹਾ? ਬੋਲੋ ਗੱਜ ਕੇ, ਸਹੂਲਤਾਂ ਦੀ। ਤੁਸੀਂ ਬੱਚੇ ਆਪਣੇ ਕੋਲ ਕਿਉਂ ਨਹੀਂ ਰੱਖਣਾ ਚਾਹੁੰਦੇ? ਸਹੂਲਤਾਂ ਪ੍ਰੋਵਾਈਡ ਕਰਵਾਈਆਂ ਜਾਣ ਇਹਨਾਂ ਨੂੰ, ਨਾ ਸੁੱਖ ਦੀ ਪਰਿਭਾਸ਼ਾ ਦੱਸੋ ਉਹਨਾਂ ਨੂੰ। ਤੇ ਜਿੱਦਣ ਸੁੱਖ ਦੀ ਪਰਿਭਾਸ਼ਾ ਦੱਸਣੀ ਹੈ ਨਾ ਤੁਸੀਂ, ਮਾਂ ਦੇ ਬੋਲਾਂ 'ਚ ਕਿੰਨੀ ਕੁ ਜਾਨ ਹੁੰਦੀ ਹੈ, ਕਿੰਨੀ ਕੁ ਮਾਂ ਦੇ ਸ਼ਬਦਾਂ ਵਿੱਚ ਕਲਾ ਹੁੰਦੀ ਹੈ, ਤੁਸੀਂ ਅੰਦਾਜ਼ਾ ਲਾ ਕੇ ਵੇਖਿਓ। 7 ਸਾਲ ਦੇ ਫਤਿਹ ਸਿੰਘ ਦਾ ਇਤਿਹਾਸ ਮਾਤਾ ਜਿੰਦ ਕੌਰ ਦੇ ਜੇਨ ਵਿੱਚ ਹੈ। 7 ਸਾਲ ਦਾ ਦਲੀਪ ਸਿੰਘ ਮਾਤਾ ਜਿੰਦ ਕੌਰ ਤੋਂ ਵਿਛੜ ਗਿਆ। ਬੱਚੇ ਦੀ ਪਰਵਰਿਸ਼ ਇੰਗਲੈਂਡ ਦੀ ਧਰਤੀ ਤੇ ਹੋਈ। ਅੱਜ ਜਿਵੇਂ ਸਾਡੇ ਕਈ ਵਾਰ ਅਸੀਂ ਕਹਿੰਦੇ ਹਾਂ ਜੀ ਵੇਖੋ ਸਮੇਂ ਦਾ ਜਾਂ ਮੁਲਕਾਂ ਦਾ ਪ੍ਰਭਾਵ ਪੈ ਜਾਂਦਾ। ਨਹੀਂ ਭਾਈ, ਮੁਲਕਾਂ ਦਾ ਪ੍ਰਭਾਵ। ਮੈਂ ਬੇਨਤੀ ਕੀਤੀ ਸੀ ਇੱਕ ਵਾਰ, ਇੰਗਲੈਂਡ ਨਾ ਸਾਡਾ ਕੋਈ ਵੀਰ ਗਿਆ ਵੀਜ਼ਾ ਲਵਾ ਕੇ ਇੱਥੋਂ, ਉਹਨੂੰ ਕਿਸੇ ਨੇ ਕਿਹਾ ਵੀ ਕੰਮ ਲੈਣਾ ਤੇ ਪੱਗ ਲਾ ਲਾ, ਕਿਉਂਕਿ ਪੱਗ ਵਾਲੇ ਨੂੰ ਇੱਥੇ ਕੰਮ ਘੱਟ ਦਿੰਦੇ ਨੇ। ਹੁਣ ਪਾਸਪੋਰਟ ਦੀ ਫੋਟੋ ਤੇ ਤਾਂ ਪੱਗ ਵਾਲੀ ਫੋਟੋ ਸੀ। ਉਹ ਕੰਮ ਲੈਣ ਲਈ ਜਦੋਂ ਗਿਆ ਨਾ, ਉਹਨੇ ਕੇਸ ਕਤਲ ਕਰਾ ਲਏ, ਪੱਗ ਲਵਾ ਲਈ। ਜਦੋਂ ਕੰਮ ਲੈਣ ਗਿਆ ਤੇ ਸਾਹਮਣੇ ਗੋਰਾ ਸੀ। ਖਾਸ ਕਰਕੇ ਇੰਗਲੈਂਡ ਦੇ ਗੋਰਿਆਂ ਨੂੰ ਜਿੰਨਾ ਸਿੱਖ ਇਤਿਹਾਸ ਯਾਦ ਹੈ ਨਾ, ਮੈਨੂੰ ਨਹੀਂ ਲੱਗਦਾ ਦੁਨੀਆ ਦੇ ਲੋਕਾਂ ਨੂੰ, ਕਿ ਉਹਨੇ ਬਹੁਤ ਨੇੜਿਓਂ ਵੇਖਿਆ ਉਹਨਾਂ ਨੇ। ਜਿਹੜੇ ਗੋਰੇ ਨੇ ਇੰਟਰਵਿਊ ਲੈਣੀ ਸੀ ਨਾ ਉਹਦੀ, ਉਹਨੂੰ ਕਹਿੰਦਾ ਪਾਸਪੋਰਟ ਆਪਣਾ, ਉਹਨੇ ਜਦੋਂ ਵਿਖਾਇਆ ਤੇ ਤਸਵੀਰ ਵੇਖੀ ਉਹਦੀ, ਉਹ ਕਹਿੰਦਾ ਜੈਂਟਲਮੈਨ, ਤੇਰੇ ਪਾਸਪੋਰਟ ਨਾਲ ਤੇਰੀ ਹੁਣ ਦੀ ਸ਼ਕਲ ਮੇਲ ਨਹੀਂ ਖਾਂਦੀ। ਪਾਸਪੋਰਟ ਤੇ ਤੂੰ ਹੋਰ ਤਰ੍ਹਾਂ ਦਾ, ਤੇ ਹੁਣ ਤੂੰ ਹੋਰ ਤਰ੍ਹਾਂ ਦਾ।
ਉਹ ਬੱਚਾ ਕਹਿੰਦਾ ਜੀ ਮੈਨੂੰ ਕਿਸੇ ਨੇ ਦੱਸਿਆ ਸੀ ਵੀ ਇਹ ਕੰਮ ਨਹੀਂ ਦਿੰਦੇ ਪੱਗ ਵਾਲੇ ਨੂੰ। ਸਹੂਲਤ ਲਈ ਲਾਤੀ ਨਾ ਪੱਗ, ਕਿਉਂਕਿ ਦਿਮਾਗ 'ਚ ਇਹ ਪਾਇਆ ਸੀ ਵੀ ਸਹੂਲਤਾਂ ਏਦਾਂ ਮਿਲ ਜਾਂਦੀਆਂ ਨੇ। ਉਹ ਕੰਮ ਦੇਣ ਵਾਲਾ ਕਹਿੰਦਾ ਜੇ ਤੂੰ ਸਹੂਲਤ ਲਈ ਆਪਣੇ ਪਿਓ ਦਾ ਨਹੀਂ ਹੋਇਆ ਜਿਹਨੇ 4 ਵਾਰੇ ਨੇ ਤੇਰੇ ਤੋਂ, ਤੇ ਮੈਂ ਤੇ 4 ਛਿੱਲੜਾਂ ਤਨਖਾਹ ਹੀ ਦੇਣੀ ਹੈ ਨਾ, ਮੇਰਾ ਤੂੰ ਕੀ ਹੋ ਜਾਏਗਾ ਕੱਲ ਨੂੰ। ਜੇ ਤੂੰ, ਮੈਂ ਤਾਂ ਤਨਖਾਹ ਹੀ ਦੇਣੀ ਹੈ ਨਾ, ਮੁਲਾਜ਼ਮ ਹੀ ਹੈ ਨਾ ਮੇਰਾ ਤੂੰ। ਤੇ ਜੇ ਤੂੰ ਪੁੱਤ ਵਾਰਨ ਵਾਲੇ ਦਾ ਨਹੀਂ ਹੋਇਆ, ਉਹਦੀ ਲਾਤੀ ਹੈ ਮਿੰਟ 'ਚ ਤਨਖਾਹ ਲੈਣ ਦੇ ਬਦਲੇ, ਤੇ ਕੱਲ ਨੂੰ ਜੇ ਤੈਨੂੰ ਕੋਈ ਪ੍ਰੋਬਲਮ ਮੇਰੇ ਇਸ ਸਿਸਟਮ ਵਿੱਚ ਕੰਮ ਕਰਦਿਆਂ ਤੈਨੂੰ ਲਾਲਚ ਕਿਤੇ ਹੋਰ ਵੱਧ ਮਿਲ ਗਿਆ, ਤਾਂ ਤੂੰ ਮੇਰੇ ਨਾਲ ਕੀ ਕਰੇਗਾ। ਇਸ ਕਰਕੇ ਜਿਹੜਾ ਪਿਓ ਦਾ ਨਹੀਂ ਨਾ ਹੋਇਆ, ਜੋ ਹਰ ਕਾ ਪਿਆਰਾ ਸੋ ਸਭਨਾ ਕਾ ਪਿਆਰਾ, ਜਿਹੜਾ ਹਰੀ ਦਾ ਨਹੀਂ ਨਾ ਪਿਆਰਾ ਹੋ ਸਕਿਆ, ਉਹ ਕਿਸੇ ਦਾ ਪਿਆਰਾ ਨਹੀਂ ਹੋ ਸਕਦਾ। ਇਸ ਕਰਕੇ ਆਪਣੇ ਬੱਚਿਆਂ ਨੂੰ, ਆਪਣੀ ਜਨਰੇਸ਼ਨ ਨੂੰ, ਆਪਣੀ ਆਉਣ ਵਾਲੀ ਪੀੜ੍ਹੀ ਨੂੰ ਹਰੀ ਦੇ ਪਿਆਰੇ ਬਣਾਓ। ਤੁਹਾਨੂੰ ਯਾਦ ਹੋਣਾ ਪੁਸ਼ਪਿੰਦਰ ਸਿੰਘ ਪਟਿਆਲੇ ਇਲਾਕੇ ਦਾ ਰੈਸਲਿੰਗ ਦੇ ਵਿੱਚ ਗਿਆ, ਫਰਾਂਸ ਵਿੱਚ ਉਹਦਾ ਅਖੀਰਲਾ ਮੈਚ ਹੋਣਾ ਸੀ, ਗੋਲਡ ਮੈਡਲ ਲੈ ਕੇ ਮੁੜਨਾ ਸੀ ਉਸ ਪੁੱਤ ਨੇ। ਅਖੀਰ, ਕਿਉਂਕਿ ਸਾਜ਼ਿਸ਼ ਕਿੱਥੇ ਨਹੀਂ ਹੁੰਦੀ, ਸਿਆਸਤਾਂ ਕਿੱਥੇ ਨਹੀਂ ਹੁੰਦੀਆਂ। ਉਹ ਪੰਜਾਬ ਦੇ ਜੰਪਲ ਨੂੰ ਪਤਾ ਸੀ, ਸਾਰੇ ਉਸ ਉੱਥੋਂ ਦੇ ਕੋਚ ਨੂੰ, ਉੱਥੋਂ ਦੇ ਸਾਰੇ ਖਿਡਾਰੀਆਂ ਨੂੰ ਪਤਾ ਸੀ ਵੀ ਜੇ ਇਸ ਫਾਈਟ ਵਿੱਚ ਇਹ ਪੁਸ਼ਪਿੰਦਰ ਸਿੰਘ ਲੜੇਗਾ ਤੇ ਗੋਲਡ ਮੈਡਲ ਇਹਦਾ ਹੀ ਹੋਣਾ। ਉਹਨਾਂ ਨੇ ਇੱਕ ਸ਼ਰਤ ਰੱਖਤੀ ਵੀ ਜੇ ਲੜਨਾ ਹੈ ਤੇ ਪੱਗ ਲਾਉਣੀ ਪੈਣੀ ਹੈ। ਉਹਨੇ ਸ਼ਰਤ ਰੱਖਤੀ ਤੇ ਮਾਂ ਨੇ ਅਸੀਸਾਂ ਕਿੰਨੇ ਕੁ ਪਿਆਰ ਨਾਲ ਦਿੱਤੀਆਂ ਹੋਣੀਆਂ। ਪੁਸ਼ਪਿੰਦਰ ਸਿੰਘ ਕਹਿੰਦਾ ਛੱਡੀ ਤੁਹਾਡੀ ਗੇਮ, ਛੱਡਿਆ ਗੋਲਡ ਮੈਡਲ, ਛੱਡੀ ਹਰ ਸਹੂਲਤ। ਮੈਂ ਜਿਹੜਾ ਤਾਜ ਮੇਰੇ ਕਲਗੀਆਂ ਵਾਲੇ ਨੇ ਸਿਰ ਤੇ ਸਜਾਇਆ ਹੈ ਨਾ, ਜਿਹੜਾ ਤੋਹਫਾ, ਜਿਹੜਾ ਗੋਲਡ ਮੈਡਲ, ਜਿਹੜੀ ਮੁਹੱਬਤ ਮੇਰੇ ਦਾਤੇ ਨੇ ਸਰਬੰਸ ਵਾਰ ਕੇ ਮੇਰੇ ਸਿਰ ਤੇ ਸਜਾਈ ਹੈ, ਇਹਨੂੰ 4 ਛਿਲੜਾਂ ਦਾ ਮੈਡਲ ਕੀ ਇਹਦਾ ਮੁਕਾਬਲਾ ਕਰੇਗਾ। ਮੈਂ ਨਹੀਂ ਖੇਡਣੀ ਗੇਮ। ਵਾਪਸ ਪਰਤਿਆ ਦਿੱਲੀ ਦੇ 에ਅਰਪੋਰਟ ਤੇ ਮਾਂ ਜਦੋਂ ਮਿਲਣ ਆਈ, ਪੱਤਰਕਾਰਾਂ ਨੇ ਪੁੱਛਿਆ ਬੇਬੇ ਕਿਵੇਂ ਦਾ ਫੀਲ ਕਰਦੀ ਹੈ, ਕਹਿੰਦੀ ਅੱਜ ਆਪਣੇ ਦੁੱਧ ਤੇ ਮਾਣ ਹੋ ਰਿਹਾ। ਜੇ ਮੈਡਲ ਲੈ ਕੇ ਮੁੜਦਾ ਤੇ ਸ਼ਾਇਦ ਹੋ ਸਕਦਾ ਦੁਨੀਆ ਦੇ ਬੰਦੇ ਹਾਰ ਲੈ ਕੇ ਖਲੋਂਦੇ ਇਸ 에ਅਰਪੋਰਟ ਤੇ, ਪਰ ਮੈਨੂੰ ਆਪਣੇ ਦੁੱਧ ਤੇ ਸ਼ੱਕ ਹੋਣਾ ਸੀ। ਅੱਜ ਇਹ ਅਸਲ ਮੈਡਲ ਲੈ ਕੇ ਮੁੜਿਆ, ਕੋਈ ਫਰਕ ਨਹੀਂ ਪੈਂਦਾ, ਦਿਹਾੜੀ ਕਰਕੇ ਖਾ ਲਾਂਗੇ, ਪਰ ਜਿਹੜਾ ਮੁੱਲ ਆਪਣੇ ਦੁੱਧ ਦਾ ਇਹਨੇ ਤਾਰਿਆ ਨਾ, ਇਹ ਸਦਾ ਤੱਕ ਯਾਦ ਰਹਿਣਾ। ਇਹ ਕੱਲ ਦੀਆਂ ਗੱਲਾਂ ਨੇ, ਕੋਈ ਪੁਰਾਣੀਆਂ ਗੱਲਾਂ ਨਹੀਂ। 7 ਸਾਲ ਦੇ ਦਲੀਪ ਸਿੰਘ ਨੂੰ ਪੰਜਾਬ ਵਿੱਚੋਂ ਖੜਿਆ ਗਿਆ। 31 ਦਸੰਬਰ 1849 ਵਿੱਚ ਅਖੀਰਲੀ ਰਾਤ ਪੰਜਾਬ ਦੀ ਧਰਤੀ ਤੇ ਦਲੀਪ ਸਿੰਘ ਨੇ ਬਤੀਤ ਕੀਤੀ। ਉਹਦੇ ਤੋਂ ਬਾਅਦ ਦਲੀਪ ਸਿੰਘ ਪੰਜਾਬ ਨਹੀਂ ਪਰਤਿਆ। ਤੁਸੀਂ ਅੰਦਾਜ਼ਾ ਵੇਖੋ, ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਸਭ ਤੋਂ ਛੋਟਾ ਪੁੱਤਰ। 7 ਸਾਲ ਦੀ ਕੀ ਉਮਰ ਹੁੰਦੀ ਹੈ ਬੱਚਿਆਂ ਦੀ। ਜਗਜੋਤ ਸਿੰਘ 3 ਸਾਲ ਦੀ ਉਮਰ ਹੈ, ਪਰ ਬਹਿ ਕੇ ਇਦਾਂ ਗੁਰੂ ਦੀ ਗੋਦ ਵਿੱਚ ਕਈਆਂ ਨੂੰ ਲੱਗਣਾ ਕਿ ਇਹਦੇ ਨਾਲ ਕੀ ਹੋ ਜਾਣਾ। ਕਿਉਂ ਨਹੀਂ ਹੋ ਜਾਣਾ? ਉਹ ਕਹੇਗਾ ਆਉਣ ਵਾਲੇ ਸਮੇਂ ਜਦੋਂ ਬੱਚਿਆਂ ਨਾਲ ਗੱਲ ਕਰੇਗਾ, ਮੈਂ ਗੁਰਦੁਆਰੇ ਜਾ ਕੇ ਆਪਣਾ ਜਨਮ ਦਿਨ ਮਨਾਇਆ ਸੀ। ਉਹਨੂੰ ਆ ਗੱਲਾਂ ਨਹੀਂ ਯਾਦ ਰਹਿਣੀਆਂ ਸਾਰੀਆਂ, ਜ਼ਰੂਰੀ ਨਹੀਂ ਇਹ, ਪਰ ਜੇ ਇਹ ਪਿਰਤ ਪੈ ਗਈ, ਇਹ ਅੱਜ ਵਾਲਾ ਇਹਨਾਂ ਨੇ ਮਾਪਿਆਂ ਕਰਕੇ ਮਨਾ ਲਿਆ, ਅਗਲਾ ਮਾਪਿਆਂ ਕਰਕੇ ਮਨਾ ਲੈਣਗੇ। ਹੋ ਸਕਦਾ ਜੇ 5-7 ਮਾਪਿਆਂ ਨੇ ਜ਼ੋਰ ਦੇ ਕੇ ਜਨਮ ਦਿਨ ਗੁਰੂ ਘਰ ਮਨਾ ਲਿਆ ਤੇ 7ਵੇਂ 8ਵੇਂ ਨੂੰ ਉਹਨੇ ਆਪ ਕਹਿਣਾ ਗੁਰਦੁਆਰੇ ਲੈ ਕੇ ਚੱਲੋ ਹੁਣ ਮੈਨੂੰ। ਤਾਂ ਰੀਤ ਹੀ ਹੈ ਨਾ ਅਸਲ 'ਚ, ਜਿੱਧਰ ਦੀ ਪਾ ਲਓਗੇ ਉਧਰ ਦੀ ਪੈ ਜਾਣੀ ਹੈ। ਦਲੀਪ ਸਿੰਘ 31 ਦਸੰਬਰ 1849 ਦੀ ਅਖੀਰਲੀ ਰਾਤ ਉਹਨੇ ਪੰਜਾਬ ਦੀ ਧਰਤੀ ਤੇ ਬਤੀਤ ਕੀਤੀ ਹੈ, ਚੇਤੇ ਰੱਖਿਓ। ਫਿਰ ਕਦੀ ਮਹਾਰਾਣੀ ਜਿੰਦ ਕੌਰ ਨੂੰ ਤੇ ਪੰਜਾਬ ਦੇ ਉਹਨੇ ਦੀਦਾਰ ਨਹੀਂ ਕੀਤੇ। ਬ੍ਰਿਟਿਸ਼ ਗੌਰਮੈਂਟ ਉਹਨੂੰ ਇੰਗਲੈਂਡ ਲੈ ਗਈ, ਉਹਦਾ ਬਚਪਨ ਉੱਥੇ ਬਤੀਤ ਹੋਇਆ। ਉਹਨੂੰ ਬਲੈਕ ਪ੍ਰਿੰਸ ਕਹਿੰਦੇ ਸਨ। ਉਹਨੂੰ ਕਹਿੰਦੇ ਸੀ ਹੈ ਤੂੰ ਰਾਜਾ ਹੀ ਹੈ ਤੇ ਤੇਰਾ ਰੰਗ ਕਾਲਾ ਹੈ, ਪਰ ਤੂੰ ਇੱਥੋਂ ਦਾ ਜੰਪਲ ਹੀ ਹੈ। ਇਹਨੂੰ ਕਹਿੰਦੇ ਮਾਈਂਡ ਵਾਸ਼ ਕਰ ਦੇਣਾ, ਦਿਮਾਗ ਚੋਂ ਕੱਢ ਦੇਣੀਆਂ ਗੱਲਾਂ। ਪਰ ਜਿਹੜੀ ਚੀਜ਼ ਸੁਰਤ ਵਿੱਚ 7 ਸਾਲ ਦੀ ਉਮਰ 'ਚ ਪੰਜਾਬ ਛੱਡਿਆ ਸੀ ਉਹਨੇ, ਤੇ ਜਿੱਦਣ ਉਹ ਚੜ੍ਹਦੀ ਜਵਾਨੀ ਵਿੱਚ ਕਦਮ ਰੱਖਿਆ ਨਾ ਉਹਨੇ, ਤੇ ਉਹਦੇ ਅੰਦਰ ਤੜਫ ਪੈਦਾ ਹੋਈ। ਉਹ ਮਾਤਾ ਦੀ ਦੁੱਧ ਨੇ, ਉਸ ਮਾਤਾ ਦੀ ਅਸੀਸ ਨੇ ਉਹਨੂੰ ਹਲੂਣਿਆ, ਤੂੰ ਇੱਥੋਂ ਦਾ ਨਹੀਂ ਹੈ, ਤੂੰ ਕਿਸੇ ਹੋਰ ਥਾਂ ਦਾ ਹੈ। ਸਮਾਂ ਨਹੀਂ ਬਹੁਤਾ, ਇਹ ਇਤਿਹਾਸ ਇੰਨਾ ਪਿਆਰਾ। ਜੇ ਤੁਸੀਂ ਇਹਨੂੰ ਅੱਗੇ ਦੀ ਅੱਗੇ 6 ਬੱਚੇ ਪੈਦਾ ਹੋਏ ਨੇ ਦਲੀਪ ਸਿੰਘ ਦੇ ਘਰ, ਤੇ 6 ਦੇ 6 ਬੱਚੇ ਗੁਰੂ ਨਾਨਕ ਦੀ ਸਿੱਖੀ ਲਈ ਤੜਫਦੇ ਰਹੇ ਨੇ।
ਉਹਦੀ ਇੱਕ ਬੇਟੀ ਲਾਹੌਰ ਵਿੱਚ ਆਣ ਕੇ, ਇੱਕ ਵਾਰ ਲਾਹੌਰ ਆਈ ਉਹਦੇ ਤੋਂ ਬਾਅਦ ਉਹ ਲਾਹੌਰ ਤੋਂ ਵਾਪਸ ਨਹੀਂ ਗਈ। ਦੋ ਬੱਚੀਆਂ ਉਹਦੀਆਂ ਇੰਗਲੈਂਡ ਗਈਆਂ ਵਾਪਸ, ਸਿੱਖੀ ਲਈ ਜਦੋਜਹਿਦ ਕਰਦੀਆਂ ਇੰਗਲੈਂਡ ਦੀ ਧਰਤੀ ਤੇ ਮਰੀਆਂ। ਔਰਤਾਂ ਨੂੰ ਵੋਟ ਪਾਉਣ ਦਾ ਅਧਿਕਾਰ ਇੰਗਲੈਂਡ ਮੁਲਕ ਵਿੱਚ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਦਲੀਪ ਸਿੰਘ ਪੁੱਤਰ ਨੇ, ਸਭ ਤੋਂ ਛੋਟੀਆਂ ਧੀਆਂ ਨੇ, ਇਹ ਮਾਣ ਇੰਗਲੈਂਡ ਵਿੱਚ ਸਿੱਖ ਧੀਆਂ ਨੇ ਲੈ ਕੇ ਦਿੱਤਾ। ਕੌਣ ਦੱਸੇਗਾ? ਕਦੀ ਇਹਦੇ ਤੇ ਸਟੋਰੀਆਂ ਕ੍ਰੀਏਟ ਕਰਨਗੇ ਸਾਡੇ ਬੰਦੇ? ਕਦੀ ਇਹ ਕਿਤਾਬਾਂ 'ਚ ਪੜ੍ਹਾਇਆ ਜਾਏਗਾ? ਨਹੀਂ ਪੜ੍ਹਾਇਆ ਜਾਏਗਾ। ਖੈਰ, ਉਹਦੇ 3 ਬੇਟੇ ਸਨ, 3 ਧੀਆਂ ਸਨ। ਤਿੰਨੇ ਬੇਟੇ ਸਿੱਖੀ ਲਈ ਤੜਫਦੇ ਰਹੇ ਅਖੀਰ ਤੱਕ। ਉਹਦੇ ਮਨ ਵਿੱਚ ਤੜਫ ਪੈਦਾ ਹੋਈ, ਮਾਂ ਨੂੰ ਮਿਲਣਾ ਚਾਹਿਆ। ਸੋਨੇ ਦੇ ਥਾਲਾਂ 'ਚ ਖਾਣ ਵਾਲੀ ਮਾਂ, ਸਹੂਲਤਾਂ ਛੱਡਤੀਆਂ ਪਰ ਉਹਨੇ ਸਿੱਖੀ ਨਹੀਂ ਛੱਡੀ। ਸਿੱਖ ਇਤਿਹਾਸ ਵਿੱਚ ਇੱਕੋ ਹੀ ਇੱਕ ਮਾਂ ਆ ਜਿਹਨੇ ਆਪਣੇ ਸਿਧਾਂਤ ਜਿਉਂਦੇ ਰੱਖਣ ਵਾਸਤੇ ਮੂੰਹ ਤੇ ਕਾਲਖ ਮਲੀ ਸੀ। ਜਦੋਂ ਨੇਪਾਲ ਦੀ ਕੈਦ ਵਿੱਚੋਂ ਨਿਕਲੀ ਨਾ ਉਹ, ਤੇ ਗੋਲੀ ਗੋਮਤਾ ਉਸ ਵੇਲੇ ਨਾਲ ਸੀ, ਤੇ ਗੋਲੀ ਗੋਮਤਾ ਦਾ ਰੰਗ ਕਾਲਾ ਸੀ ਥੋੜਾ ਜਿਹਾ, ਤੇ ਮਹਾਰਾਣੀ ਜਿੰਦ ਕੌਰ ਦਾ ਰੰਗ ਸਾਫ਼ ਸੀ। ਹੁਣ ਕਿਲੇ ਚੋਂ ਬਾਹਰ ਨਿਕਲਣਾ ਸੀ, ਤੇ ਜੇ ਉਹ ਉਦਾਂ ਹੀ ਨਿਕਲਦੀ ਤੇ ਸ਼ੱਕ ਪੈ ਸਕਦਾ ਸੀ। ਉਹਨੇ ਆਪਣੇ ਹੱਥਾਂ ਤੇ ਵੀ ਕਾਲਖ ਮਲੀ, ਤੇ ਫੇਸ ਤੇ ਬਾਹਰ ਰਹਿਣਾ ਹੀ ਸੀ ਨਾ, ਕਿਉਂਕਿ ਪਾਣੀ ਲੈਣ ਗੋਲੀ ਗੋਮਤਾ ਜਾਂਦੀ ਸੀ ਰੋਜ਼। ਉਹਨੇ ਆਪਣੇ ਚਿਹਰੇ ਤੇ ਵੀ ਕਾਲਖ ਮਲ ਲਈ। ਜਦੋਂ ਕਿਸੇ ਦੇ ਚਿਹਰੇ ਤੇ ਕਾਲਖ ਮਲੀ ਜਾਏ ਤੇ ਅਕਸਰ ਲੋਕ ਕਹਿੰਦੇ ਨੇ ਵੀ ਇਹਦੇ ਚਿਹਰੇ ਤੇ ਕਾਲਖ ਮਲੀ ਗਈ, ਪਰ ਪਹਿਲੀ ਉਹ ਰਾਣੀ ਹੈ, ਪਹਿਲੀ ਉਹ ਮਾਂ ਆ ਜਿਹਦੀ ਕਾਲਖ ਨੇ ਵੀ ਦੁਨੀਆ ਨੂੰ ਰੋਸ਼ਨੀ ਦਿੱਤੀ ਹੈ। ਚਿਹਰੇ ਤੇ ਮਲੀ ਕਾਲਖ ਨੇ ਵੀ ਦੁਨੀਆ ਨੂੰ ਰੋਸ਼ਨੀ ਦਿੱਤੀ ਹੈ। ਬੜੀ ਜਦੋਜਹਿਦ ਉਹਨੇ ਕੀਤੀ। ਅਖੀਰ ਉਧਰੋਂ ਦਲੀਪ ਸਿੰਘ ਨੂੰ ਵੀ ਲੱਗਿਆ ਮੈਂ ਮਾਂ ਨੂੰ ਮਿਲਣਾ। ਅਸੀਸ ਕਿਹਨੂੰ ਕਹਿੰਦੇ ਨੇ? ਕਲਕੱਤੇ ਦੇ ਹੋਟਲ ਵਿੱਚ ਇਹਨਾਂ ਦੀ ਇੱਕ ਮੁਲਾਕਾਤ ਹੋਈ, ਮੇਲ ਹੋਇਆ। ਬ੍ਰਿਟਿਸ਼ ਗੌਰਮੈਂਟ ਮੰਨ ਗਈ, ਕਿਉਂਕਿ ਉਸ ਵੇਲੇ ਤੱਕ ਉਹਨੂੰ ਰਾਜਾ ਕਹਿ ਕੇ ਪਾਲਿਆ ਸੀ। ਪਰ ਇਹਦਾ ਮਤਲਬ ਹੈ ਜਦੋਂ ਰਾਜਾ ਕਹਿ ਕੇ ਪਾਲਿਆ ਤੇ ਹੁਣ ਉਹਦੀ ਗੱਲ ਦਾ ਕੀਮਤ ਵੀ ਤੇ ਪਾਉਣੀ ਪੈਣੀ ਸੀ। ਉਹਨਾਂ ਨੂੰ ਗੁਲਾਮ ਨਹੀਂ ਸੀ ਬਣਾਇਆ ਉਹਨਾਂ ਨੇ। ਇਹ ਹੁਣ ਲੰਮਾ ਚੌੜਾ ਚੈਪਟਰ ਹੈ ਵੀ ਕਿਉਂ ਗੁਲਾਮ ਨਹੀਂ ਸੀ ਬਣਾਇਆ, ਉਹਨੂੰ ਕਤਲ ਕਿਉਂ ਨਹੀਂ ਕੀਤਾ, ਉਹਨੂੰ ਬੰਦੀ ਕਿਉਂ ਨਹੀਂ ਬਣਾਇਆ, ਕਿਉਂਕਿ ਸਾਰੀਆਂ ਸੰਧੀਆਂ ਦਲੀਪ ਸਿੰਘ ਕਰਕੇ ਟੁੱਟਣੀਆਂ ਸਨ। ਇਤਿਹਾਸ ਦਾ ਲੰਮਾ ਚੌੜਾ ਚੈਪਟਰ ਹੈ। ਮੈਂ ਸਿਰਫ ਇੱਕ ਘਟਨਾ ਕਹਿਣੀ ਹੈ ਤੇ ਸਮਾਪਤੀ ਕਰ ਦੇਣੀ ਹੈ। ਮਹਾਰਾਣੀ ਜਿੰਦ ਕੌਰ ਕਲਕੱਤੇ ਦੇ ਹੋਟਲ ਵਿੱਚ ਮਿਲੀ। ਜਦੋਂ ਆਪਣੇ ਪੁੱਤ ਨੂੰ ਏਦਾਂ ਗਲਵੱਕੜੀ 'ਚ ਲਿਆ, ਜਦੋਂ ਤੇ ਉਹ ਅੱਖਾਂ ਤੋਂ ਅੰਨੀ ਸੀ, ਉਸ ਵੇਲੇ ਅੱਖਾਂ ਦੀ ਜੋਤ ਗਵਾ ਚੁੱਕੀ ਸੀ। ਬੜੇ ਦੁੱਖ ਝੱਲੇ ਉਸ ਮਾਂ ਨੇ। ਜਿਹੜੀ ਸੋਨੇ ਦੇ ਥਾਲਾਂ 'ਚ ਖਾਂਦੀ ਸੀ, ਉਹਨੇ ਰਾਮਨਗਰ ਦੇ ਮੰਦਿਰ ਵਿੱਚ ਮੰਗ ਕੇ ਰੋਟੀ ਖਾਧੀ। ਉੱਤਰਾਖੰਡ 'ਚ ਰਾਮਨਗਰ ਪੈਂਦਾ, ਮੰਦਿਰਾਂ 'ਚ ਮੰਗ ਕੇ ਰੋਟੀ ਖਾਧੀ ਉਹਨੇ। ਕਾਹਦੇ ਬਦਲੇ? ਇਨਸਾਨੀਅਤ ਨੂੰ ਜਿਉਂਦਾ ਰੱਖਣ ਦੇ ਬਦਲੇ। ਲੋਕਾਂ ਤੇ ਜ਼ੁਲਮ ਦਾ ਕਹਿਰ ਨਾ ਟੁੱਟ ਜਾਏ, ਸਾਡੇ ਪਰਿਵਾਰ, ਸਾਡੀਆਂ ਧੀਆਂ, ਸਾਡੇ ਬੱਚੇ, ਸਾਡਾ ਦੇਸ਼ ਗੁਲਾਮ ਨਾ ਹੋ ਜਾਏ, ਇਹਦੇ ਬਦਲੇ ਮੰਗ ਕੇ ਰੋਟੀ ਖਾਧੀ। ਤੇ ਅਜੇ ਵੀ ਕਈ ਬੰਦੇ ਸਾਨੂੰ ਪੰਜਾਬੀਆਂ ਨੂੰ ਕਹਿੰਦੇ ਨੇ ਤੁਹਾਡਾ ਯੋਗਦਾਨ ਕੀ ਹੈ? ਕਿਤੇ ਟੇਬਲ ਤੇ ਬਹਿ ਕੇ ਸਾਡੇ ਯੋਗਦਾਨ ਦੀਆਂ ਗੱਲਾਂ ਪੁੱਛਿਓ, ਦੱਸਾਂਗੇ ਸਾਡਾ ਯੋਗਦਾਨ ਕੀ ਹੈ। ਸਾਨੂੰ ਜਿਤਾਉਣਾ ਨਹੀਂ ਆਉਂਦਾ, ਅਸੀਂ ਕੋਈ ਮੁੱਲ ਨਹੀਂ ਪਾਉਣਾ ਚਾਹੁੰਦੇ। ਮਹਾਰਾਣੀ ਜਿੰਦ ਕੌਰ ਮੂੰਹ ਤੇ ਕਾਲਖ ਮਲਦੀ ਫਿਰਦੀ ਹੈ ਇਸ ਦੇਸ਼ ਨੂੰ ਆਜ਼ਾਦ ਕਰਾਉਣ ਦੇ ਬਦਲੇ। ਮਹਾਰਾਣੀ ਜਿੰਦ ਕੌਰ ਮੰਗ ਕੇ ਰੋਟੀ ਖਾਂਦੀ ਫਿਰਦੀ ਹੈ ਮੰਦਿਰਾਂ ਵਿੱਚੋਂ ਇਸ ਮੁਲਕ ਨੂੰ ਆਜ਼ਾਦ ਕਰਾਉਣ ਦੇ ਬਦਲੇ। ਤੇ ਸਾਡੇ ਤੇ ਫਿਰ ਵੀ ਸ਼ੱਕ ਕੀਤੇ ਜਾਂਦੇ ਨੇ। ਕਦੀ ਧਿਆਨ ਨਾਲ ਵਰਕੇ ਫਰੋਲਿਓ, ਕਿਸੇ ਨਾਲ ਨਫ਼ਰਤ ਨਹੀਂ ਕਰਦੇ। ਅਸੀਂ ਸਾਂਝੀਵਾਲਤਾ ਦਾ ਸੁਨੇਹਾ ਦੇਣ ਵਾਲੇ ਬੰਦੇ ਆ। ਮਹਾਰਾਜ ਸੱਚੇ ਪਾਤਸ਼ਾਹ ਜੀ ਰਹਿਮਤ ਕਰਨ। ਅਖੀਰਲੀ ਮਿਲਣੀ ਜਦੋਂ ਹੋਈ, ਮਹਾਰਾਣੀ ਜਿੰਦ ਕੌਰ ਰੋ ਕੇ ਬੁਰਾ ਹਾਲ ਉਹਦਾ ਹੋਇਆ, ਨੈਣਾ ਦੀ ਜੋਤ ਗਵਾ ਚੁੱਕੀ ਸੀ। ਆਪਣੇ ਪੁੱਤ ਨੂੰ ਗਲਵੱਕੜੀ 'ਚ ਲਿਆ। ਮਾਵਾਂ ਬੱਚਿਆਂ ਨੂੰ ਜਦੋਂ ਮਿਲਦੀਆਂ ਨੇ ਤੇ ਅਸੀਸ ਦੇਣ ਲਈ ਸਿਰ ਤੇ ਹੱਥ ਫੇਰਦੀਆਂ ਨੇ। ਜਦੋਂ ਮਾਂ ਦਾ ਹੱਥ ਦਲੀਪ ਦੇ ਸਿਰ ਤੇ ਗਿਆ, ਉਹਦੇ ਸਿਰ ਤੇ ਕਲਗੀਆਂ ਵਾਲੇ ਦੀ ਬਖਸ਼ਿਸ਼ ਨਹੀਂ ਸੀ। ਕਿੰਨਿਆਂ ਸਾਲਾਂ ਬਾਅਦ ਮਾਂ ਮਿਲੀ, ਧੱਕਾ ਮਾਰ ਕੇ ਪੁੱਤ ਨੂੰ ਪਰੇ ਸੁੱਟਿਆ ਤੇ ਕਿਹਾ, ਵੇ ਜ਼ਾਲਮ ਅੰਗਰੇਜ਼ੋ, ਸਭ ਕੁਝ ਮੇਰਾ ਖੋਹ ਲਿਆ ਤੁਸੀਂ। ਘੱਟੋ ਘੱਟ ਬਜ਼ੁਰਗ ਇਸ ਮਾਈ ਨਾਲ ਅੱਖਾਂ ਦੇ ਅੰਨੇ ਹੋਣ ਦਾ ਨਜਾਇਜ਼ ਫਾਇਦਾ ਤੇ ਨਾ ਚੁੱਕਦੇ। ਕਿਸੇ ਦੂਜੇ ਨੂੰ ਗਲ ਲਾ ਕੇ ਕਹਿੰਦੇ ਹੋ ਤੇਰਾ ਪੁੱਤ ਹੈ, ਇਹ ਮੇਰਾ ਨਹੀਂ।
ਮੇਰਾ ਪੁੱਤ ਇਦਾਂ ਦਾ ਨਹੀਂ ਸੀ। 7 ਸਾਲ ਦਾ ਵਿਛੜਿਆ ਸੀ ਉਹ, ਫਿਰ ਦੁਬਾਰਾ ਕਦੀ ਉਹਨੇ ਪੰਜਾਬ ਨਹੀਂ ਵੇਖਿਆ। ਤੇ ਉਸ ਵੇਲੇ ਚੜ੍ਹਦੀ ਜਵਾਨੀ ਵਿੱਚ 22 ਸਾਲ ਦੀ ਉਮਰ ਉਸ ਵੇਲੇ ਸੀ ਉਹਦੀ, 22 ਸਾਲ ਦੀ ਉਮਰ ਵਿੱਚ ਧੱਕਾ ਮਾਰ ਕੇ ਏਦਾਂ ਸੁੱਟਿਆ। ਦਲੀਪ ਦੀਆਂ ਭੁੱਬਾਂ ਨਿਕਲ ਗਈਆਂ। ਕਹਿੰਦਾ ਮਾਂ, ਇਹਨਾਂ ਇਹ ਗੁਨਾਹ ਤੇ ਨਹੀਂ ਖੈਰ ਤੇਰੇ ਨਾਲ ਕੀਤਾ, ਪਰ ਇਹਨਾਂ ਇੱਕ ਗੁਨਾਹ ਕੀਤਾ, ਇਹਨਾਂ ਮਾਂ ਦੀ ਗੋਦੀ ਵਿੱਚੋਂ ਨਹੀਂ ਚੁੱਕਿਆ, ਇਹਨਾਂ ਨੇ ਮਾਂ ਦੀ ਅਸੀਸ ਹੀ ਖੋ ਲਈ ਸੀ। ਤੇ ਬੇਬੇ ਇੱਕ ਵਾਰ ਗੱਲ ਨਾਲ ਲਾ ਲਾ, ਵਾਅਦਾ ਕਰਦਾ ਤੇਰੇ ਨਾਲ, ਅੱਜ ਤੋਂ ਬਾਅਦ ਇਸ ਸਿਰ ਤੇ ਦਸਤਾਰ ਤੇ ਵਾਪਸ ਆਏਗੀ, ਪਰ ਕੈਂਚੀ ਕਦੇ ਨਹੀਂ ਚੱਲੇਗੀ। ਇਹਨੂੰ ਕਹਿੰਦੇ ਨੇ ਮਾਂ ਦੀ ਅਸੀਸ। ਸਾਰਾ ਕੁਝ ਗਵਾ ਕੇ ਵੀ ਕਈ ਵਾਰ ਆਪਣਾਪਣ ਚੇਤੇ ਰੱਖਣਾ ਪੈਂਦਾ। ਤੇ ਗੁਰੂ ਕੇ ਪਿਆਰ ਵਾਲਿਓ, ਇਹ ਅਸੀਸ ਆਪਣੇ ਬੱਚਿਆਂ ਨੂੰ ਦਿੰਦੇ ਰਹੀਏ, ਇਹ ਅਸੀਸ ਆਪਣੇ ਬੱਚਿਆਂ ਦੀ ਝੋਲੀ ਵਿੱਚ ਪਾਉਂਦੇ ਰਹੀਏ। ਔਰ ਜਦੋਂ ਇਹ ਅਸੀਸ ਪਾਉਂਦੇ ਰਹੋਗੇ ਤੇ ਫਿਰ ਇੱਕ ਦਿਨ ਆਏਗਾ ਜਿੱਦਣ ਤੁਹਾਡੇ ਬੱਚਿਆਂ ਦੇ ਕਿਰਦਾਰ ਵਿੱਚੋਂ, ਤੁਹਾਡੇ ਬੱਚਿਆਂ ਦੇ ਜੀਵਨ ਸ਼ੈਲੀ ਵਿੱਚੋਂ, ਜਿੱਦਣ ਤੁਹਾਡੇ ਬੱਚਿਆਂ ਦੇ ਖਿਆਲਾਤ ਵਿੱਚੋਂ ਗੁਰੂ ਨਾਨਕ ਦੀ ਸਿੱਖੀ ਝਲਕੇਗੀ। ਤੇ ਗੁਰੂ ਨਾਨਕ ਦੀ ਸਿੱਖੀ ਜਿੱਦਣ ਝਲਕੇਗੀ, ਉਦਣ ਦੂਜਿਆਂ ਲਈ ਤੜਫਣਾ ਸੁਭਾਵਕ ਆ ਜਾਏਗਾ। ਉਦਣ ਸਹੂਲਤਾਂ ਪੈਦਾ ਕਰਨ ਵਾਸਤੇ ਕਿਸੇ ਦੇ ਗਲ ਨਹੀਂ ਘੁੱਟੇ ਜਾਣਗੇ, ਕਿਸੇ ਦਾ ਨੁਕਸਾਨ ਨਹੀਂ ਕੀਤਾ ਜਾਏਗਾ, ਕਿਸੇ ਦਾ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਆਪਣੀ ਸਹੂਲਤ ਪੈਦਾ ਕਰਨ ਲਈ। ਸਿੱਖ ਖੁਦ ਦੀਆਂ ਸਹੂਲਤਾਂ ਲਈ ਕਿਸੇ ਦੀ ਸਹੂਲਤ ਖਤਮ ਨਹੀਂ ਕਰਦਾ, ਇਹ ਚੇਤਾ ਰੱਖਣਾ ਹਮੇਸ਼ਾ। ਅਸੀਂ ਆਪਣੀਆਂ ਸਹੂਲਤਾਂ ਦਾਅ ਤੇ ਲਾ ਦਿੰਦੇ ਆ, ਪਰ ਅਸੀਂ ਕਿਸੇ ਦੀ ਸਹੂਲਤ ਖੋਹਦੇ ਨਹੀਂ ਆਪਣੀਆਂ ਸਹੂਲਤਾਂ ਪੈਦਾ ਕਰਨ ਲਈ। ਤੇ ਜੇ ਕਿਤੇ ਸਾਡੇ ਦਿਮਾਗ 'ਚ ਆਉਂਦਾ ਹੈ ਵੀ ਕਿਸੇ ਦੀ ਸਹੂਲਤ ਖੋਹ ਕੇ ਮੈਂ ਸਹੂਲਤ ਮੰਨਣੀ ਹੈ, ਤੇ ਅੰਦਾਜ਼ਾ ਲਾ ਲਿਓ ਗੁਰੂ ਨਾਨਕ ਸਾਹਿਬ ਦੀ ਸਿੱਖੀ ਸਾਡੇ ਕੋਲੋਂ ਖਤਮ ਹੋ ਚੁੱਕੀ ਹੈ। ਗੁਰੂ ਬਾਬਾ ਮਿਹਰ ਕਰੇ, ਬੱਚਿਆਂ ਦੇ ਸਿਰ ਤੇ ਅਸੀਸ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਇਹ ਰਵੇ, ਤੇ ਮਾਪੇ ਇਹ ਅਸੀਸ ਦਿੰਦੇ ਰਹਿਣ, ਤੇ ਅਸੀਂ ਆਪਣੇ ਬੱਚਿਆਂ ਦੇ ਅੰਦਰ ਇਹ ਗੁੜਤੀ ਸਦਾ ਪਾਉਂਦੇ ਰਹੀਏ। ਪੂਤਾ ਮਾਤਾ ਕੀ ਅਸੀਸ, ਨਿਮਖ ਨ ਬਿਸਰੋ ਤੁਮ ਕੋ ਹਰ ਹਰ ਸਦਾ ਭਜੋ ਜਗਦੀਸ਼। ਸਦਾ ਰੱਬ ਨੂੰ ਯਾਦ ਰੱਖੋ, ਤੇ ਰੱਬ ਨੂੰ ਯਾਦ ਰੱਖਣ ਦਾ ਅਰਥ ਹੈ ਰੱਬ ਜੀ ਦੇ ਅਸੂਲਾਂ ਨੂੰ ਯਾਦ ਰੱਖਣਾ, ਗੁਰੂ ਦੇ ਅਸੂਲਾਂ ਨੂੰ ਯਾਦ ਰੱਖਣਾ। ਮਹਾਰਾਜ ਸੱਚੇ ਪਾਤਸ਼ਾਹ ਜੀ ਮਿਹਰ ਕਰਨ, ਬੱਚੇ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ, ਪਰਿਵਾਰ ਨੂੰ ਚੜ੍ਹਦੀ ਕਲਾ ਨਾਲ ਗੁਰੂ ਨਾਨਕ ਦੀ ਗੁੜਤੀ ਦੇਣ ਦਾ ਬਲ ਹਮੇਸ਼ਾ ਬਖਸ਼ਦੇ ਰਹਿਣ। ਅਸੀਂ ਸਾਰੇ ਇਸ ਸਮਾਗਮ ਵਿੱਚੋਂ ਪ੍ਰੇਰਨਾ ਲੈ ਕੇ ਜਾਈਏ, ਆਪਣੇ ਬੱਚਿਆਂ ਨੂੰ ਗੁਰੂ ਦੀ ਗੋਦ ਵਿੱਚ ਬਿਠਾਉਣ ਦਾ ਯਤਨ ਕਰੀਏ। ਅੱਜ ਗੁਰੂ ਦੀ ਗੋਦ ਵਿੱਚ ਬੱਚੇ ਬਿਠਾਓਗੇ ਤੇ ਗੁਰੂ ਦੀ ਗੋਦ ਉਹਨਾਂ ਬੱਚਿਆਂ ਦੇ ਸੁਰਤ ਵਿੱਚ ਇੰਨੀ ਸਮਾ ਜਾਏਗੀ ਕਿ ਉਹ ਤੁਹਾਨੂੰ ਨਹੀਂ, ਉਹ ਪੂਰੇ ਸੰਸਾਰ ਨੂੰ ਆਪਣੀ ਗੋਦ ਵਿੱਚ ਬਿਠਾ ਕੇ ਉਹਨਾਂ ਦੀਆਂ ਤਕਲੀਫਾਂ ਹਾਰ ਲੈਣਗੇ। ਐਸਾ ਗੁਰੂ ਨਾਨਕ ਦੇ ਘਰ ਦਾ ਸੁਨੇਹਾ ਹੈ। ਇਹ ਕਹਿ ਹੀ ਨਹੀਂ ਸਕਦੇ ਵੀ ਸਾਡੇ ਬੱਚੇ ਸਾਡੀਆਂ ਤਕਲੀਫਾਂ ਵਿੱਚ ਸ਼ਾਮਲ ਨਹੀਂ ਹੁੰਦੇ। ਉਹ ਤਾਂ ਹੈ ਕਿਉਂਕਿ ਅਸੀਂ ਆਪਣੇ ਬੱਚਿਆਂ ਦੇ ਉਹ ਹਿਰਦੇ ਨਹੀਂ ਬਣਾ ਸਕੇ, ਉਹ ਪਵਿੱਤਰਤਾ ਆਪਣੇ ਬੱਚਿਆਂ ਦੇ ਹਿਰਦਿਆਂ ਵਿੱਚ ਪੈਦਾ ਨਹੀਂ ਕਰ ਸਕੇ। ਆਪ ਸਭਨਾਂ ਦਾ ਧੰਨਵਾਦ। ਸ਼ੁਕਰਾਨਾ ਸਾਹਿਬ ਸੱਚੇ ਪਾਤਸ਼ਾਹ ਜੀ ਦਾ, ਭੁੱਲ ਚੁੱਕ ਮੇਰੀ, ਇੱਥੋਂ ਦੀ ਸਮੁੱਚੀ ਪ੍ਰਬੰਧਕ ਕਮੇਟੀ ਦਾ, ਸਮੁੱਚੇ ਸੇਵਾਦਾਰਾਂ ਦਾ, ਸਤਿਕਾਰਯੋਗ ਗੁਰੂ ਕੇ ਵਜ਼ੀਰਾਂ ਦਾ, ਹੈਡ ਗ੍ਰੰਥੀ ਸਾਹਿਬਾਨ ਹੋਣਾ ਦਾ, ਸਮੁੱਚੇ ਗੁਰੂ ਕੇ ਪ੍ਰਚਾਰ ਦੀ ਖੇਤਰ ਵਿੱਚ ਜਿੰਨੇ ਵੀ ਵੀਰ ਭੈਣਾਂ ਇੱਥੇ ਤੁਸੀਂ ਸੇਵਾ ਵਿੱਚ ਹਾਜ਼ਰ ਹੋ, ਸਾਰਿਆਂ ਦਾ ਧੰਨਵਾਦ। ਸ਼ੁਕਰਾਨਾ ਅਕਾਲ ਪੁਰਖ ਵਾਹਿਗੁਰੂ ਦਾ। ਭੁੱਲਾਂ ਮੇਰੀਆਂ ਸਮਝ ਕੇ ਮਾਫ ਕਰ ਦੇਣੀਆਂ, ਸ਼ਬਦ ਗੁਰੂ ਦੇ ਸਮਝ ਕੇ ਹਿਰਦੇ 'ਚ ਵਸਾ ਲੈਣੇ। ਗੁਰੂ ਚਰਨਾਂ ਝੁਕਾਓ ਸੀਸ, ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।